ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪ੍ਰਸਾਦ ਜਪ। ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਭਾਗ ਸਾਡੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ। ਭਾਈ ਨੰਦ ਲਾਲ ਜੀ ਕਹਿੰਦੇ ਨੇ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਨੂੰ ਫਕੀਰੀ ਮਿਲਣੀ। ਮੈਂ ਤਾਂ ਰਾਜਿਆਂ ਮਹਾਰਾਜਿਆਂ ਕੋਲ ਫਿਰਦਾ ਸੀ। ਬੜੇ ਬੜੇ ਅਹੁਦੇ ਮਿਲ ਰਹੇ ਸਨ। ਰਾਜੇ ਮਹਾਰਾਜੇ ਬੜੇ ਬੜੇ ਮਾਣ ਦਿੰਦੇ ਸੀ, ਪਰ ਮੈਨੂੰ ਪਤਾ ਨਹੀਂ ਸੀ ਮੇਰੇ ਭਾਗਾਂ ਵਿੱਚ ਫਕੀਰੀ ਲਿਖੀ। ਵਿਧ ਐਸੀ ਬਣ ਗਈ ਕਿ ਫਕੀਰੀ ਕੋਲ ਲਿਆ ਕੇ ਖਿਲਾਰਤਾ। ਇੱਕ ਦਿਨ ਸਤਿਗੁਰੂ ਪਿਆਰੇ ਪਾਸੋਂ ਪ੍ਰੇਮ ਸੁਰਾਹੀ ਪੀਤੀ ਕਿ ਗੁਰੂ ਮੈਨੂੰ ਵੀ ਪ੍ਰੇਮ ਦਾ ਪਿਆਲਾ ਪਿਆ ਦੇ। ਭਾਗਾਂ 'ਚ ਲਿਖਿਆ ਸੀ, ਪਿਛਲੇ ਭਾਗ ਸੀ। ਜੇ ਨਾ ਹੁੰਦਾ ਭਾਗ ਫਿਰ ਕਿੱਥੋਂ ਗੁਰੂ ਮਿਲਣਾ ਸੀ, ਕਿੱਥੋਂ ਫਕੀਰੀ ਮਿਲਣੀ ਸੀ। ਮਨ ਵਜ਼ੀਰੀਆਂ ਨੂੰ ਭਾਈਦਾ ਸੀ, ਪਰ ਲਿਖੀ ਫਕੀਰੀ ਸੀ। ਇੱਕ ਦਿਨ ਸਤਿਗੁਰੂ ਪਿਆਰੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ। ਭਾਗ ਸਾਡੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ। ਮਨ ਨੂੰ ਸਮਝਾਇਆ ਵੀ ਠੀਕ ਹੈ, ਤੇਰੀ ਸਾਰੀ ਉਮਰ ਅੱਗੇ ਪਾਪ ਕਰਦਿਆਂ ਬੀਤੀ ਹੈ ਨੰਦ ਲਾਲਾ। ਹੁਣ ਗੁਰੂ ਕਲਗੀਧਰ ਮਿਲੇ। ਗੁਰੂ ਕਲਗੀਧਰ ਮਿਲੇ। ਹਰ ਕੀ ਭਗਤ ਨਾ ਕੀਤੀ, ਪੜੋ ਅੱਗੇ ਸਮਝ ਚੱਲੋ ਨੰਦ ਲਾਲਾ। ਪਾਸ਼ੇ ਜੋ ਬੀਤੀ ਸੋ ਬੀਤੀ। ਧੰਨ ਗੁਰੂ ਨਾਨਕ ਕੜੋ ਪਰੋ ਆਗੇ ਸਮਝ ਚਲੋ ਚਲੋ ਨੰਦ ਲਾਲਾ। ਪਾਛੇ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ। ਪਾਛੇ ਜੋ ਬੀਤੀ ਸੋ
सो बीती आगे समझे चलो नंद लाला पाछे जो बीती सो बीती आगे समझ चलो नंद लाला पाछे जो बीती सो बीती आगे समझ चलो नंद लाला पाछे जो बीती सो बीती आगे समझ चलो नंद लाला पाछे जो बीती सो बीती आगे समझ चलो नंद लाला पाछे जो बीती सो बीती आगे समझ चलो नंद लाला पाछे जो बीती सो बीती आगे समझ चलो नंद लाला पाछे जो बीती सो बीती ओ एक दिन सब बाजा बाजे सराही सराही पाछे जो विधि सो एक दिन बाजा वाले पासों वाले पासो प्रेम सुराही सुराही पाछे जो बीती सो बीती आगे समझ चलो नंद लाला पाछे जो बीती सो बीती आगे समझ चलो नंद लाला पाछे जो बीती सो बीती पिछली उम्र गुनाही बीती गुनाही जी पिछली उम्र गुनाही बीती गुनाही बीती हर की भगत भगत न कीती पाछे जो बीती सो बीती आगे समझ चलो नंद लाला पाछे जो बीती सो बीती पिछली उम्र गुनाही बीती गुनाही हर की भगत भगत न कीती पाछे जो बीती सो बीती आगे समझ चलो नंद लाला पाछे जो बीती सो बीती आगे समझ
ਭਾਗ ਸਾਡੇ ਲਿਖੀ ਫਕੀਰੀ, ਭਾਗ ਸਾਡੇ ਲਿਖੀ ਫਕੀਰੀ, ਲਿਖੀ ਫਕੀਰੀ। ਸੋ ਮਸਤਕ ਮਸਤਕ ਧਰ ਲੀਤੀ, ਪਾਛੈ ਜੋ ਬੀਤੀ ਸੋ ਬੀਤੀ। ਭਾਗ ਸਾਡੇ ਲਿਖੀ ਫਕੀਰੀ, ਲਿਖੀ ਫਕੀਰੀ। ਸੋ ਮਸਤਕ ਮਸਤਕ ਧਰ ਲੀਤੀ, ਪਾਛੈ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜੀ ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਪਾਛੇ ਜੋ ਬੀਤੀ, ਜੋ ਬੀਤੀ, ਪਾਛੇ ਜੋ ਸੋ ਬੀਤੀ। ਮਨ ਹੋਰ ਸੋਚ ਰਿਹਾ ਸੀ, ਮਿਲ ਕੋਈ ਹੋਰ ਗਿਆ। ਪਤਾ ਨਹੀਂ ਕਿਹੜਾ ਅੱਛਾ ਕਰਮ ਸੀ ਜਿਹਨੇ ਗੁਰੂ ਨਾਲ ਮੇਲ ਕਰਾਤਾ। ਬੜੇ ਬੜੇ ਮਾਣ ਪਾਉਂਦਿਆਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਤਾ ਨਹੀਂ ਸੀ ਕਿਸੇ ਫਕੀਰ ਦੇ ਦਰਬਾਰ ਦੇ ਵਿੱਚ ਇੰਨਾ ਮਾਣ ਮਿਲੇਗਾ। ਮਹਾਂਪੁਰਸ਼ ਰੱਬ ਨਾਲ ਗੱਲਾਂ ਕਰਾ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਿਲ ਗਏ। ਗੁਰਸਿੱਖ ਸਾਧ ਸੰਗਤ ਦੇ ਦਰਸ਼ਨ ਮਿਲੇ।
ਭਾਗ ਖੁੱਲ੍ਹ ਗਏ। ਉਹ ਡਰ ਵੀ ਚੰਗਾ ਹੈ ਜਿਹੜਾ ਗੁਰੂ ਕੋਲ ਲੈ ਆਵੇ। ਉਹ ਦੁੱਖ ਵੀ ਚੰਗੇ ਨੇ ਜਿਹੜੇ ਗੁਰੂ ਦੇ ਚਰਨਾਂ 'ਚ ਲਏ ਹੋਣ। ਮਿਲ ਸਾਧ ਸੰਗਤ, ਗੁਰੂ ਸਾਹਿਬ ਨੇ ਰਿਜ਼ਲਟ ਕੱਢਿਆ ਕਿ ਤੈਨੂੰ ਕਿਤੇ ਭੁਲੇਖਾ ਹੋਵੇ ਕਿ ਫਲਾਣੇ ਬੰਦੇ ਬੜੇ ਕੰਮ ਕਰ ਰਹੇ ਨੇ, ਬੜਾ ਧਨ ਕਮਾ ਰਹੇ ਨੇ, ਰਾਤ ਵੀ ਟਾਈਮ ਲਾਉਂਦੇ, ਦਿਨੇ ਵੀ ਬੜੇ ਬੜੇ ਕਾਰੋਬਾਰ ਚੱਲ ਰਹੇ ਨੇ, ਬੈਠੇ ਘਰ ਬਾਹਰਲੇ ਦੇਸ਼ਾਂ ਦੇ ਕੰਮ ਕਰਦੇ ਪਏ ਨੇ, ਬੜਾ ਬੜਾ ਧਨ ਕਮਾਉਣ ਦੀ ਆਸਾ ਕਰ ਰਹੇ ਨੇ। ਉਹ ਵੀ ਜਾਗਦੇ ਆ, ਉਹ ਵੀ ਜਾਗਦੇ ਆ ਯਾਰਾਂ ਦੋਸਤਾਂ ਨਾਲ, ਦੁੱਖਾਂ ਤਕਲੀਫਾਂ ਵਾਲੇ ਵੀ ਜਾਗਦੇ ਆ। ਪਰ ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਮਨੁੱਖਾ ਜਨਮ ਮਿਲਿਆ, ਇਹ ਤੇਰੀ ਵਾਰੀ ਰੱਬ ਨੂੰ ਮਿਲਣ ਦੀ, ਇਹ ਫਿਰ ਨਹੀਂ ਆਉਣ ਲੱਗੀ। ਜੇ ਤੂੰ ਕਿਸੇ ਪਸ਼ੂ ਪੰਛੀ ਦੀ ਜੂਨੀ ਭੋਗਦਾ ਹੋਇਆ ਕਹੇ ਮੈਨੂੰ ਰੱਬ ਮਿਲ ਜਾਏਗਾ, ਮੁਸ਼ਕਲ ਹੈ। ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਪਾਠ ਪੂਜਾ ਦਾ ਗਿਆਨ ਨਹੀਂ। ਕਹਿੰਦੇ ਨੇ ਇੱਕ ਸ਼ਾਹੂਕਾਰ ਨੂੰ ਮਹਾਂਪੁਰਖਾਂ ਨੇ ਕਿਹਾ ਨਾਮ ਜਪ, ਉਹ ਬੜਾ ਧਨ ਤੇਰੇ ਕੋਲ, ਸ਼ਾਹੂਕਾਰਾ ਨਾਮ ਜਪ। ਉਹ ਨੌਕਰ ਚਾਕਰ ਇੰਨੇ ਤੇਰੇ, ਕਿਤੇ ਦਾ ਨਾਮ ਜਪ। ਇੰਨੇ ਤੈਨੂੰ ਰੱਬ ਨੇ ਸੁੱਖ ਦਿੱਤੇ, ਚੱਲ ਸੁੱਖਾਂ ਨੂੰ ਵੇਖ ਕੇ ਕਹਿ ਦੇ ਰਾਮ ਰਾਮ, ਇਹ ਤੇਰੀ ਵਡਿਆਈ। ਪਰ ਕਿੱਥੋਂ? ਮਹਾਂਪੁਰਸ਼ ਫਿਰ ਬੜਾ ਉਪਦੇਸ਼ ਕਰਦੇ ਰਹੇ, ਉਹਨੇ ਧੱਕੇ ਮਾਰ ਕੇ ਕਢਾਤਾ ਕਿ ਇਹ ਸੰਤ ਮੈਨੂੰ ਬੜਾ ਤੰਗ ਕਰਦਾ ਹੈ ਕਿ ਨਾਮ ਜਪ ਨਾਮ ਜਪ, ਇਹਨੂੰ ਕੱਢੋ ਧੱਕੇ ਮਾਰ ਕੇ। ਜੇ ਕੋਈ ਮਾੜ 4 ਪੈਸੇ ਚਾਹੀਦੇ ਲੈ ਲਾ, ਕੋਈ ਖਾਣਾ ਤੇ ਲੈ ਲਾ, ਤੂੰ ਨਾਮ ਮੈਥੋਂ ਧੱਕੇ ਨਾਲ ਜੇ ਪਾਏਗਾ। ਮੇਰਾ ਇੰਨਾ ਕੰਮ ਕਰ, ਮੈਨੂੰ ਟਾਈਮ ਨਹੀਂ ਨਾਮ ਜਪਣ ਦਾ। ਮੈਂ ਕੰਮ ਕਾਰ ਵੇਖਾਂਗਾ ਕਿ ਮਾਲਾ ਫੇਰਾਂਗਾ, ਨਾਮ ਜਪਾਂਗਾ। ਜਿਹਨੇ ਤੈਨੂੰ ਹੱਥ ਪੈਰ ਦਿੱਤੇ ਨੇ, ਉਹਦੀ ਬੰਦਗੀ ਕਰ ਲਾ, ਨਾਮ ਜਪਣਾ। ਜਿਹੜਾ ਨਾਮ ਜਪਦਾ ਹੈ ਉਹੀ ਮੁੱਖ ਚੰਗਾ ਹੈ। ਜਿਹੜਾ ਗੱਲਾਂ ਕਰਦਾ ਹੈ, ਗੱਪਾਂ ਮਾਰਦਾ ਹੈ, ਸਵਾਦ ਲੈਂਦਾ ਹੈ, ਉਹ ਨਹੀਂ ਮੁੱਖ ਧਨ। ਜਿਹੜਾ ਨਾਮ ਜਪਦਾ ਹੈ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਉਹ ਧਨ ਹੈ। ਪੜ੍ਹ ਲਓ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਉਹ ਧਨ ਉਹ ਮੁਖੜਾ, ਧਨ ਉਹ ਮੁਖੜਾ। ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਧਨ ਉਹ ਮੁਖੜਾ, ਧਨ ਉਹ ਮੁਖੜਾ। ਵਾਹਿਗੁਰੂ ਵਾਹਿਗੁਰੂ ਜਪਦਾ, ਧਨ ਉਹ ਮੁਖੜਾ, ਧਨ ਉਹ ਮੁਖੜਾ। ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਧਨ ਉਹ ਮੁਖੜਾ, ਧਨ ਉਹ ਮੁਖੜਾ।
ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਵੀ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਓ ਮੁਖੜਾ ਧੰਨ ਓ ਮੁਖੜਾ ਬੜੀ ਤੈਨੂੰ ਸੋਹਣੀ ਦੇਹੀ ਮਿਲੀ ਏ ਪਰ ਇਹ ਰੱਬ ਨੂੰ ਮਿਲਣ ਦੀ ਵਾਰੀ ਮਿਲੀ ਅੜਕੇ ਬਹੁਤ ਨੇ ਅੜਚਨਾ ਬਹੁਤ ਨੇ ਰਸ ਬਹੁਤ ਏ ਸਵਾਦ ਬਹੁਤ ਏ ਰਾਹ ਬਹੁਤ ਨੇ ਇਹ ਵਾਰੀ ਐਵੇਂ ਚਲੀ ਜਾਂਦੀ ਰੋਜ਼ ਆਪਾਂ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਇਹ ਤੇਰੀ ਵਾਰੀ ਹੈ ਰੱਬ ਨੂੰ ਮਿਲਣ ਦੀ ਸੰਭਾਲ ਲਾ ਕਿਸੇ ਤਰੀਕੇ ਨਾਮ ਜਪਣਾ ਬੜਾ ਔਖਾ ਹੈ ਨਾਮ ਜਪਣ ਦਾ ਰਸਤਾ ਬੜਾ ਔਖਾ ਮਿਲਦਾ ਹੈ ਸੱਚੀ ਸੰਗਤ ਬੜੀ ਮੁਸ਼ਕਲ ਨਾਲ ਮਿਲਦੀ ਹੈ ਕਈ ਨਾਮ ਵੀ ਜਪਦੇ ਰਹੇ ਗੁਰੂ ਵੀ ਧਾਰ ਲਿਆ ਗੁਰੂ ਸੀ ਨਕਲੀ ਜਿਹੜਾ ਨਾਮ ਜਪਿਆ ਉਹਦਾ ਫਲ ਨਾ ਮਿਲਿਆ ਗੁਰੂ ਅਸਲੀ ਮਿਲੇ ਤੇ ਨਾਮ ਜਪੇ ਦਾ ਫਲ ਮਿਲਦਾ ਉਹ ਫਿਰ ਪਰੋਏ ਕੁਰਲਾਏ ਜੇ ਚੰਗੇ ਗੁਰੂ ਮਿਲ ਜਾਂਦੇ ਇਹ ਮਿਹਨਤ ਥਾਂ ਹੀ ਪੈ ਜਾਂਦੀ ਪਰ ਗੁਰੂ ਨਾ ਚੰਗੇ ਮਿਲੇ
ਕਰਮ ਮਾੜੇ ਨਹੀਂ, ਥੋੜਾ ਸਾਵਧਾਨ ਹੋ। ਜੇ ਖਿਆਲ ਮਾੜੇ ਆ ਰਹੇ ਨੇ, ਸੁਪਨੇ ਤੈਨੂੰ ਮਾੜੇ ਦਿਸਦੇ ਆ, ਫਿਰ ਤੇਰੇ ਕਰਮ ਮਾੜੇ ਆ, ਸਾਵਧਾਨ ਹੋ। ਗੁਰੂਆਂ ਦਾ, ਮਹਾਂਪੁਰਖਾਂ ਦਾ ਪੱਲਾ ਫੜ ਲਾ, ਜਿਵੇਂ ਜਪਿਆ ਜਾਂਦਾ ਹੈ ਜਪ ਲਾ, ਜਿੰਨਾ ਕੋ ਮਨ ਜੋੜਦਾ ਹੈ ਜੋੜ ਲਾ, ਉਹ ਪਾਰ ਲੰਘਾ ਦੇਣਗੇ ਤੇਰੇ ਕਰਮ ਮਾੜੇ ਨੇ। ਭਗਤੀ ਨਹੀਂ ਹੁੰਦੀ, ਨਾਮ ਨਹੀਂ ਜਪਿਆ ਜਾਂਦਾ, ਸੰਗਤ 'ਚ ਮਨ ਨਹੀਂ ਲੱਗਦਾ, ਕਰਮ ਮਾੜੇ ਨੇ। ਇਹਨਾਂ ਨੂੰ ਗੁਰੂ ਦੀ ਕਿਰਪਾ ਨਾਲ ਇਹ ਲੰਘ ਜਾਣਗੇ, ਗੁਰੂ ਦੀ ਮਿਹਰ ਨਾਲ। ਮਾੜੇ ਕਰਮ ਧੱਕਾ ਦਿੰਦੇ ਆ, ਗੁਰੂ ਸਾਹਿਬ ਪਾਰ ਲੰਘਾ ਦੇਣਗੇ। ਨਾਮ ਬੇੜੀ ਸੰਤ ਮਿਲਾ ਪਾਰ ਕਰਦੇ ਖਾਮ ਖਾ। ਇਸ ਭਗਤੀ ਨਾਲ ਕੁਝ ਮਿਲੇਗਾ, ਦੂਜੇ ਨਾਲ ਕੁਝ ਮਿਲਣ ਨਹੀਂ ਲੱਗਾ। ਮਾੜੇ ਸੁਪਨੇ ਆਉਣ, ਮਾੜੇ ਖਿਆਲ ਬਣਨ, ਮਾੜੇ ਬੰਦਿਆਂ ਮੇਲ ਹੋ ਜਾਏ, ਮਾੜਾ ਹੈ। ਇਹਨੂੰ ਲੰਘਣ ਵਾਸਤੇ ਗੁਰੂਆਂ ਦੇ ਜਹਾਜ਼ ਤੇ ਬੈਠ ਕੇ ਬੰਦਾ ਪਾਰ ਹੋ ਜਾਂਦਾ ਹੈ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਧ ਸੰਭਾਲ। ਗੁਰੂ ਅੱਗੇ ਅਰਦਾਸ ਕਰ, ਬੇਨਤੀ ਕਰ। ਸਾਰੇ ਪੜੋ। ਔਖੀ ਘੜੀ ਨਾ ਦਿਖਾਵੀਂ, ਸੱਚੇ ਪਾਤਸ਼ਾਹ ਜੀ ਬਿਰਧ ਸੰਭਾਲ ਆਪਣਾ। ਔਖੀ ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਔਖੀ ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਔਖੀ ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਔਖੀ ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਔਖੀ ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਜੀ ਬਿਰਧ ਸੰਭਾਲ ਆਪਣਾ, ਬਿਰਧ ਸੰਭਾਲ ਆਪਣਾ। ਬਿਰਧ ਸੰਭਾਲ ਆਪਣਾ, ਬਿਰਧ ਸੰਭਾਲ ਆਪਣਾ। ਬਿਰਧ ਸੰਭਾਲ ਆਪਣਾ, ਬਿਰਧ ਸੰਭਾਲ ਆਪਣਾ। ਸੰਭਾਲ ਆਪਣਾ, ਬਿਰਧ ਸੰਭਾਲ ਆਪਣਾ। ਔਖੀ ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਔਖੀ ਘੜੀ ਨਾ ਦਿਖਾਈ, ਸੱਚੇ ਪਾਤਸ਼ਾਹ ਬਿਰਧ ਸੰਭਾਲ ਆਪਣਾ। ਘੜੀ ਨਾ ਦਿਖਾਈ, ਨਾਮ ਸਤਿਨਾਮ ਜੀ ਜਪੋ ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ ਸਤਨਾਮ ਸਤਨਾਮ ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ।
ਧੱਕਾ ਦਿੰਦੇ ਆ। ਜਦੋਂ ਭਗਤੀ 'ਚ ਮਨ ਨਾ ਲੱਗੇ, ਚੰਗੀ ਜਗ੍ਹਾ ਤੇ ਆ ਕੇ ਮਨ ਉਦਾਸ ਹੋ ਜਾਵੇ, ਫਿਰ ਕਰਮ ਚੰਗੇ ਨਹੀਂ ਹੁੰਦੇ। ਉੱਥੇ ਸੱਚ ਵਰਤਦਾ, ਕੁੜਿਆਰਾਂ ਚਿੱਤ ਉਦਾਸ। ਉੱਥੇ ਸੱਚ ਵਰਤ ਰਿਹਾ ਸੀ, ਝੂਠਿਆਂ ਬੰਦਿਆਂ ਦਾ ਜੀ ਨਾ ਲੱਗਿਆ। ਉਹ ਪਰਾਮ ਹੋ ਗਏ। ਜਿਹੜੇ ਸੱਚੇ ਸੀ ਉਹ ਸਿੱਖ ਗੁਰੂ ਦੇ ਕੋਲ ਬਹਿ ਗਏ। ਝੂਠੇ ਜਿਹੜੇ ਸੀ ਉਹ ਫਿਰ ਉਹਨਾਂ ਬੰਦਿਆਂ ਨਾਲ ਜਾ ਰਹੇ। ਗੁਰੂ ਸਾਹਿਬ ਪ੍ਰੇਰਦੇ ਸੀ, ਭਾਈ ਜੁੜੋ ਸੰਗਤ ਨਾਲ, ਜਪੋ ਨਾਮ, ਕੱਢਿਓ ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਧੰਨ ਗੁਰੂ ਨਾਨਕ, ਗੁਰੂ ਨਾਨਕ ਕਹੋ ਉੱਚੀ ਸਾਰੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਕਹਿੰਦੇ ਗੁਰੂ ਤੇਰੀ ਸੇਵਾ ਬਹੁਤ ਵੱਡੀ, ਤੇਰੀ ਸੰਗਤ ਬਹੁਤ ਉੱਚੀ, ਪਰ ਮੇਰੇ ਭਾਗ ਨਹੀਂ ਉੱਚੇ। ਭਾਗ ਨਹੀਂ ਮੇਰੇ ਕਿ ਮੈਂ ਇਸ ਸੰਗਤ ਵਾਲਾ ਆਨੰਦ ਮਾਣ ਸਕਾਂ। ਮੇਰੇ ਭਾਗ ਪਾਪਾਂ ਵਾਲੇ ਆ। ਇਹ ਪੜ੍ਹਿਓ ਸਾਰਾ, ਗੁਰੂ ਰਾਮਦਾਸ ਜੀ ਨੇ ਲਿਖਿਆ ਹੈ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ, ਸੋ ਸੇਵਾ ਖਾਲੇ। ਜਿਨ ਗੁਰੂ ਸਾਹਿਬ ਦੀ ਸੇਵਾ ਇਹ ਨਿਰਮਲੀ ਹੈ। ਕੀਰਤਨ ਕਰਨਾ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ 10 ਗੁਰੂ ਗ੍ਰੰਥ ਸਾਹਿਬ ਜੈਸੇ ਕੋਈ ਗੁਰੂ ਹੈਗੇ ਨਹੀਂ ਅੱਜ, ਉਹਨਾਂ ਕੋਲ ਬਹਿ ਜਾ ਕੇ। ਤੇ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲੇ ਜਿਹੜੇ ਨੇ, ਉਹਨਾਂ ਦੀ ਸੰਗਤ ਕਰ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਆ, ਉਹਨਾਂ ਨੂੰ ਢੂੰਡ ਲੱਭ। ਉਸ ਸੰਗਤ ਦੇ ਨਾਲ ਆਪਦੀ ਸਾਂਝ ਬਣਾ ਲਾ। ਇਹ ਜਹਾਜ਼ ਤੁਰਿਆ ਏ, ਇਹ ਸੱਚਖੰਡ ਵਿੱਚ ਜਾ ਕੇ ਉਤਰੇਗਾ। ਆਖੋ ਵਾਹਿਗੁਰੂ। ਇਸ ਜਹਾਜ਼ ਤੋਂ ਲਾਂਭੇ ਨਾ ਹੋਣੀ, ਫਿਰ ਵਿਛੜ ਜਾਏਗਾ। ਸੰਗਤ ਦੇ ਜਹਾਜ਼ ਤੇ ਚੜ੍ਹੇ ਰਹਿਣਾ। ਪਾਪ ਸਤਾਉਂਦੇ ਨਹੀਂ। ਜਦੋਂ ਸੰਗਤ ਵਿੱਚ ਬੰਦਾ ਆਉਂਦਾ ਹੈ, ਰਹਿੰਦਾ ਹੈ, ਉਦਾਸ ਕਿਉਂ ਹੁੰਦਾ ਹੈ? ਗੁਰੂ ਸਾਹਿਬ ਦੱਸ ਰਹੇ ਵੀ ਇਹ ਸੇਵਾ ਨਿਰਮਲੀ ਹੈ। ਕੋਈ ਬੰਦਾ ਨਿਰਮਲ ਹੋਏਗਾ ਤੇ ਸੇਵਾ ਕਰੇਗਾ। ਜਿਹੜਾ ਨਿਰਮਲ ਨਹੀਂ, ਗੰਦਾ ਹੈ, ਮੈਲ ਵਾਲਾ ਹੈ, ਪਾਪੀ ਹੈ, ਉਹ ਕਿਵੇਂ ਕਰ ਲੇ ਸੇਵਾ? ਅੱਗੇ ਜਿਨ ਅੰਦਰ ਕਪਟ ਵਿਕਾਰ ਝੂਠ ਹੋਏ, ਆਪੇ ਸੱਚੇ ਵਖ ਕੱਢੇ ਜਜਮਾਲੇ। ਕਹਿੰਦੇ ਜਿਨ੍ਹਾਂ ਦੇ ਅੰਦਰ ਝੂਠ ਸੀ, ਵਿਕਾਰ ਸੀ, ਸੱਚੇ ਵਾਹਿਗੁਰੂ ਨੇ ਆਪ ਹੀ ਪਾਸੇ ਕਰਤੇ। ਉਹ ਇਸ ਸੰਗਤ ਦੇ ਯੋਗ ਨਹੀਂ ਸੀ। ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੀ ਸੰਗਤ ਦੇ ਯੋਗ ਨਹੀਂ ਸੀ। ਉਹ ਗੰਦ ਖਾਣ ਵਾਲੇ ਆ। ਗੱਪਾਂ ਛੱਪਾਂ ਮਾਰ ਲੀਆਂ, ਯਾਰਾਂ ਦੋਸਤਾਂ ਨਾਲ ਬਹਿ ਗਿਆ, ਬਾਜ਼ਾਰਾਂ ਨੂੰ ਤੁਰ ਗਏ। ਰਹਿਣਗੇ ਵੀ, ਇਹ ਨਹੀਂ ਕਿ ਸੌਂ ਜਾਣਗੇ। ਹੋਰ ਉਹਨਾਂ ਦੇ ਕਰਮ ਨਹੀਂ ਸੰਗਤ ਵਿੱਚ ਬਹਿਣ ਵਾਲੇ। ਉਹ ਹੁਣ ਇੱਧਰ ਉੱਧਰ ਧੱਕੇ ਖਾਂਦੇ ਆ। ਸੱਚੇ ਪਾਤਸ਼ਾਹ ਨੇ ਆਪੇ ਹੀ ਉਹਨਾਂ ਨੂੰ ਪਾਸੇ ਧੱਕਿਆ ਹੋਇਆ ਹੈ।
ਉਹ ਇਸ ਸੇਵਾ ਦੇ ਯੋਗ ਨਹੀਂ, ਸੰਗਤ ਵਿੱਚ ਬਹਿਣ ਦੇ ਅਧਿਕਾਰੀ ਨਹੀਂ। ਗੁਰੂ ਅੱਗੇ ਅਰਦਾਸ ਕਰ ਕਿ ਮੈਂ ਜਿਹੋ ਜਿਹਾ ਵੀ ਹਾਂ, ਮੇਰੇ ਤੇ ਮਿਹਰ ਕਰ। ਮੇਰਾ ਤੇਰੇ ਗੁਣ ਗਾਉਂਦਿਆਂ ਨਾਮ ਜਪਦਿਆਂ ਹੀ ਸਮਾਂ ਲੰਘੇ, ਰਾਤਾਂ ਲੰਘਣ। ਸੌ ਆਪਾਂ ਲੈਣਾ ਹੀ, ਨਿੰਦਰ ਵੀ ਪੂਰੀ ਹੋ ਜਾਣੀ, ਕੰਮ ਵੀ ਆਪਣੇ ਸਾਰੇ ਹੋ ਜਾਣੇ, ਵਧੀਆ ਹੋਣਗੇ। ਪਰ ਜਿਹੜਾ ਆਪਾਂ ਲਾਹਾ ਖੱਟ ਲਿਆ ਉਹ ਨਹੀਂ ਖੜ ਸਕਦੇ ਸੀ, ਉੱਥੇ ਆਪਾਂ ਗਵਾਉਣਾ ਸੀ। ਇੱਥੇ ਤੂੰ ਪੁੰਨ ਗਵਾਉਣੇ ਸੀ, ਤੇਰੇ ਪੁੰਨ ਬਣ ਗਏ, ਤੇਰੇ ਕਰਮ ਜਾਗੇ ਨੇ। ਗੁਰੂ ਨਾਨਕ ਸਾਹਿਬ ਜਾਂਦੇ ਜਾਂਦੇ, ਬੜਾ ਵਧੀਆ ਬਾਗ ਸੀ, ਘਰ ਬਣਿਆ ਹੋਇਆ ਸੀ ਬਾਗ 'ਚ। ਬਾਬਾ ਨਾਨਕ ਜੀ ਕਹਿੰਦੇ ਇੱਥੇ ਬਹਿ ਜੀ। ਕਹਿੰਦੇ ਮਹਾਰਾਜ ਪਤਾ ਨਹੀਂ ਖੇਤ ਬਾਗ ਵਾਲਾ ਆਵੇ ਆਪਾਂ ਨੂੰ ਮਾੜਾ ਬੋਲੇ, ਕਿਉਂ ਬਹਿ ਗਏ ਜੀ? ਮਰਦਾਨੇ ਆਪਾਂ ਉਹਦਾ ਕੀ ਲੈਣਾ ਹੈ, ਆਪਾਂ ਨਾਮ ਜਪਣਾ ਹੈ। ਹੁਣ ਕਹਾਂਗੇ ਭਾਈ ਅਸੀਂ ਇੱਥੇ ਰਹਿ ਕੇ ਨਾਮ ਜਪਣਾ ਹੈ। ਇਹ ਦਿਨ ਮੀਂਹ ਬਰਸਾਤਾਂ ਦੇ ਆ ਗਏ ਸੀ, ਉਦੋਂ 4 ਮਹੀਨੇ ਹਰ ਮਹਾਂਪੁਰਸ਼ ਰੁਕ ਜਾਂਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਵੀ 4 ਮਹੀਨੇ ਹੁਣ ਕੱਟਣੇ ਆ ਬਰਸਾਤ ਦੇ ਆ। ਬਹੁਤ ਦੂਰ ਪ੍ਰਦੇਸ਼ਾਂ ਵਿੱਚ ਫਿਰਦੇ ਆ ਆਪਾਂ, ਕੋਈ ਜਾਣ ਪਛਾਣ ਥੋੜ੍ਹਾ ਇੱਥੇ। ਪਰ ਆਪਣੀ ਜਾਣ ਪਛਾਣ ਜਿਹਦੇ ਨਾਲ ਹੈ ਨਾ, ਉਹ ਸਭ ਨੂੰ ਜਾਣਦਾ ਹੈ। ਆਪਣੀ ਤਾਂ ਕਰਤਾਰ ਨਾਲ ਜਾਣ ਪਛਾਣ ਹੈ, ਉਹ ਸਾਡਾ ਬੇਲੀ ਹੈ। ਆਖੋ ਸ੍ਰੀ ਵਾਹਿਗੁਰੂ। ਜਾਂ ਦੇਖਾਂ ਮੇਰਾ ਅੱਲ੍ਹੋ ਬੇਲੀ, ਜਦੋਂ ਮੈਂ ਵੇਖਿਆ ਮੇਰਾ ਬੇਲੀ ਹੈਗਾ ਤਾਂ ਹੈ ਅੱਲਾ, ਤੇ ਇਹ ਸਾਰੇ ਪਰਮਾਤਮਾ ਦੀ ਆ, ਅੱਲਾ ਦੇ ਆ। ਚਲੋ ਵੀ ਆਪਾਂ ਕਰਤਾਰ ਦਾ ਨਾਂ ਲੈ ਕੇ ਇੱਥੇ ਬਹਿ ਜਾਂਦੇ ਆ। ਖੇਤ ਵਾਲਾ, ਇਹ ਫਾਰਮ ਵਾਲਾ ਆਇਆ, ਉਹ ਬੋਲੇਗਾ, ਕੋਈ ਨਹੀਂ ਬੋਲਦਾ। ਮਰਦਾਨੀਆਂ ਆਪਾਂ ਕੋਈ ਮਾੜਾ ਕੰਮ ਥੋੜ੍ਹਾ ਕਰਨਾ ਹੈ। 4 ਮਹੀਨੇ ਹੁਣ ਕੱਟਣੇ ਆਏ ਬਰਸਾਤ ਵਾਲੇ, ਇੱਥੇ 4 ਮਹੀਨੇ ਲਾਵਾਂਗੇ, ਨਾਮ ਜਪਾਂਗੇ। ਆਖੋ ਸੀ ਬਾਬਾ ਜੀ ਗੁਰੂ ਨਾਨਕ ਸਾਹਿਬ ਬੈਠ ਗਏ। ਮਰਦਾਨੇ ਨੂੰ ਵੇਖਿਆ ਵੀ ਕੋਈ ਆਏਗਾ, ਬੋਲੇਗਾ, ਕੌਣ ਹੋ ਤੁਸੀਂ, ਕਿਵੇਂ ਬੈਠੇ ਹੋ? ਕਹਿੰਦੇ ਤਾਂ ਪੁੱਛ ਕੇ ਬੈਠੇ ਹੋ। ਉਹ ਫਾਰਮ ਵਾਲਾ ਆਇਆ, ਆ ਕੇ ਵੇਖਿਆ 3 ਮਹਾਂਪੁਰਸ਼ ਸਾਧੂ ਬੈਠੇ। ਆਖੋ ਪਰ ਸਾਧੂ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਰੁਕਣ ਨੂੰ ਜੀ ਕਰਦਾ ਥੋੜ੍ਹਾ ਜਿਹਾ। ਪਿੰਡ ਆ ਗਿਆ ਕੋਈ, ਚੱਲ ਵੀ ਮੋੜ ਲਾ ਗੱਡੀ ਇੱਧਰ ਨੂੰ। ਰਾਜੇ ਨੇ ਦਿੱਤੀ ਹੋਈ ਸੀ, ਬਸ ਜਾਂ ਕੋਈ ਸੰਗੀ ਆ ਜਾਂਦਾ ਸੀ। ਜਦੋਂ ਬਾਬਾ ਜੀ ਨੇ ਜਾਣਾ ਹੁੰਦਾ ਸੀ, ਕੋਈ ਨਾ ਕੋਈ ਗੱਡੀ ਆ ਜਾਂਦੀ ਸੀ। ਗੱਡੀਆਂ ਹੁੰਦੀਆਂ ਨਹੀਂ ਸੀ, ਮੋਟਰਾਂ ਹੁੰਦੀਆਂ ਨਹੀਂ ਸੀ, ਕੋਈ ਵਿਰਲੀ। ਕਿੱਥੇ ਰੁਕੀਏ? ਕੀ ਆ ਘਰ ਅੱਗੇ ਕੀ ਲਿਖਿਆ? ਕਹਿੰਦੇ ਜੀ ਸੰਧੂ ਨਿਵਾਸ ਸੀ। ਅੱਗੇ ਜਾ ਕੇ ਫਿਰ ਢਿੱਲੋਂ ਨਿਵਾਸ, ਅੱਗੇ ਹੋਰ ਗਏ। ਅਲੱਗ ਅਲੱਗ ਜਾਤਾਂ ਦੇ ਨਾਮ ਲਿਖੇ ਨੇ, ਬਰਾਦਰੀਆਂ ਦੇ ਨਾਂ ਲਿਖੇ ਆ। ਇਹ ਘਰ ਦੇ ਅੱਗੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਪਾਇਆ ਹੈ।
ਬਾਣੀ ਦੀ ਪੰਕਤੀ ਲਿਖੀ ਹੈ, ਘਰ ਬਾਰ ਤੇਰਾ ਪ੍ਰਵਾਸਾ। ਇਹ ਵਾਹਿਗੁਰੂ ਦਾ ਘਰ ਹੈ, ਗੁਰੂ ਦਾ ਹੈ। ਜਿੱਥੇ ਅਸੀਂ ਲੰਗਰ ਬਣਾਉਂਦੇ ਸੀ, ਮੈਂ ਲਿਖ ਕੇ ਅੱਗੇ ਲਾਤਾ ਗੁਰੂ ਕਾ ਲੰਗਰ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਏ, ਕਹਿੰਦੇ ਆ ਕੀ ਲਿਖਿਆ ਹੈ? ਮੈਂ ਕਿਹਾ ਜੀ ਗੁਰੂ ਕਾ ਲੰਗਰ, ਲੁਧਿਆਣੇ। ਆਪਣੇ ਘੱਟ ਲਿਖਿਆ ਹੁੰਦਾ ਨਾ, ਨਾਨਕਸਰ ਲੰਗਰਾਂ ਅੱਗੇ ਨਹੀਂ ਲਿਖਿਆ ਹੁੰਦਾ ਕੁਝ ਵੀ। ਠਾਠ ਨਾਨਕਸਰ ਬੇਅੰਗਮੀ ਪਹਿਰੇ ਹੁੰਦੇ ਆ, ਜੋ ਆ ਗਿਆ ਛਕ ਲਿਆ। ਬਾਬਾ ਜੀ ਕਹਿੰਦੇ ਗੁਰੂ ਕਾ ਲੰਗਰ ਲਿਖਿਆ ਹੈ? ਮੈਂ ਕਿਹਾ ਜੀ ਹਾਂ। ਜੇ ਕੋਈ ਆਇਆ ਚੱਲ ਲੇਗਾ, ਉਹਨੇ ਕਹਿਣਾ ਗੁਰੂ ਕਾ, ਮੈਨੂੰ ਤੇ ਇੱਥੋਂ ਕਿਉਂ ਉਠਾ ਸਕਦਾ? ਬਣਾ ਲੰਗਰ। ਕੋਈ ਹੋਰ ਆ ਗਏ ਕਹਿਣਗੇ ਤੇ ਤੈਨੂੰ ਰੋਟੀ ਬਣਾਉਣੀ ਪਏਗੀ। ਫਿਰ ਗੁਰੂ ਕਾ ਲੰਗਰ ਲਿਖਿਆ, ਫਿਰ ਬਣਾ ਕੇ ਛਕਾਏਗਾ। ਮੈਂ ਕਿਹਾ ਤੁਸੀਂ ਕਿਰਪਾ ਕਰੋ, ਛਕਾ ਦਿਆਂਗੇ। ਕਹਿੰਦੇ ਹਰ ਕੋਈ ਆ ਕੇ ਵੜ ਜਾਏਗਾ ਇੱਥੇ, ਕਹੇਗਾ ਗੁਰੂ ਕਾ ਹੈ। ਮੈਂ ਕਿਹਾ ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਚੱਲ ਜਾਏਗੀ ਸੇਵਾ। ਠੀਕ ਹੈ, ਚਲੇ ਗਏ ਬਾਬਾ ਜੀ ਪ੍ਰਸ਼ਾਦਾ ਛਕ ਕੇ। ਇੱਕ ਵਾਰੀ ਥੋੜਾ ਜਿਹਾ ਹਲੂਣਾ ਦੇ ਗਏ ਵੀ ਤੂੰ ਗੁਰੂ ਕਾ ਲੰਗਰ ਲਿਖਿਆ ਹੈ, ਫਿਰ ਕਰੇਗਾ ਕੰਮ ਇਹ ਜੇ ਲਿਖਿਆ ਹੀ। ਉਹਨਾਂ ਨੇ ਵਾਹਿਗੁਰੂ ਦਾ ਘਰ ਲਿਖਿਆ। ਕੋਈ ਪ੍ਰੇਮ ਵਾਲੇ ਸੀ, ਪਿਆਰ ਵਾਲੇ ਸੀ। ਬਾਬਾ ਜੀ ਉਤਰ ਕੇ ਉਸ ਘਰ 'ਚ ਵੜ ਗਏ। ਡਿਓੜੀ ਸੀ ਬੜੀ ਵੱਡੀ, ਉੱਥੇ ਬੈਠ ਕੇ। ਗਰਮੀਆਂ ਦੇ ਦਿਨ ਸੀ, ਗਰਮੀ ਬਹੁਤ ਸੀ। ਬਾਬਾ ਜੀ ਕਹਿੰਦੇ ਰੁਕੀਏ, ਕੋਈ ਲੱਸੀ ਪਾਣੀ ਸਾਰੇ ਪੀ ਲੈਣ, ਕੋਈ ਥੋੜ੍ਹਾ ਜਿਹਾ ਠੰਡਕ ਲੈ ਲੈਣ, ਧੁੱਪ ਤਪ ਰਹੀ। ਬਾਬਾ ਜੀ ਗਰਮੀ ਬਹੁਤ ਮਹਿਸੂਸ ਕਰਦੇ ਸੀ। ਉਹਨਾਂ ਦਾ ਦੁਲਾਨ ਜਿਹਾ ਵੇਖ ਕੇ ਬਾਬਾ ਜੀ ਉੱਥੇ ਬਹਿ ਕੇ, ਚਟਾਈਆਂ ਜੇ ਪਈਆਂ ਸੀ ਉਹਨਾਂ ਵਿਛਾ ਕੇ, ਕਹਿੰਦੇ ਕੀਰਤਨ ਕਰੋ। ਘਰ ਅੱਗੇ, ਪਰਿਵਾਰ ਅੱਗੇ ਘਰ ਸੀ, ਉਹ ਸਾਰੇ ਅੰਦਰ ਵੜੇ ਹੋਏ ਸੀ, ਗਰਮੀ ਤੋਂ ਡਰਦੇ, ਕੋਠਿਆਂ 'ਚ। ਕੀਰਤਨ ਬਾਬਾ ਜੀ ਕਹਿੰਦੇ ਕਰੋ ਭਾਈ, ਗੁਰੂ ਦਾ ਇਹ ਘਰ। ਕਹਿੰਦੇ ਜੀ ਪਤਾ ਨਹੀਂ ਕਿੰਦਾ ਹੈ, ਕੌਣ ਹੈ, ਕੀ ਬੋਲੇਗਾ? ਕਹਿੰਦੇ ਕੀ ਬੋਲਣਾ ਕਿਸੇ ਨੇ ਭਾਈ, ਆਪਾਂ ਕੀਰਤਨ ਕਰਨਾ ਹੈ, ਕੋਈ ਲੈਣਾ ਦੇਣਾ ਥੋੜ੍ਹਾ ਹੈ। ਆਮ ਮੰਗਤਾ ਭਿਖਾਰੀ ਵੀ ਆ ਕੇ ਬਹਿ ਹੀ ਜਾਂਦਾ ਹੈ। ਥੋੜ੍ਹੀ ਜਿਹੀ ਠੰਡੀ ਹਵਾ ਲੈ ਲਈਏ। ਉਹ ਘਰ ਦੀ ਬੀਬੀ ਨੇ ਕੀਰਤਨ ਬਾਹਰ ਹੋ ਰਿਹਾ ਘਰ ਅੱਗੇ ਸੁਣਿਆ, ਕੋਠੇ ਤੋਂ ਬਾਹਰ ਨਿਕਲੀ, ਸਿਰ ਢੱਕ ਲਿਆ, ਵਾਹਿਗੁਰੂ ਵਾਹਿਗੁਰੂ। ਆਹ ਇਹ ਤਾਂ ਕਲੇਰਾਂ ਵਾਲੇ ਰਿਸ਼ੀ ਨੇ, ਆਖੋ ਸੀ ਵਾਹਿਗੁਰੂ। ਕਹਿੰਦੀ ਇਹ ਤਾਂ ਕਲੇਰਾਂ ਵਾਲੇ ਰਿਸ਼ੀ ਨੇ। ਇਹ ਸਾਡੇ ਪਿੰਡ ਆਉਂਦੇ ਹੁੰਦੇ ਸੀ। ਬਾਬਾ ਵਧਾਵਾ ਸਿੰਘ ਜੀ ਕੋਲ, ਉਹ ਲਹਿਰੇ ਖਾਨੇ ਦੀ ਬੀਬੀ ਉੱਥੇ ਵਿਆਹੀ ਸੀ। ਤੇ ਉਹਨਾਂ ਘਰ ਅੱਗੇ ਗੁਰੂ ਦਾ ਨਾਮ ਲਿਖਾਇਆ ਸੀ। ਆਪਣੀ ਯਾਦ ਨਹੀਂ ਲਿਖਾਈ, ਆਪਣਾ ਕੋਈ ਨਹੀਂ ਲਿਖਾਇਆ। ਉਹ ਧੰਨ ਭਾਗ ਕਰਨ ਚਲੀ ਗਈ। ਅੰਦਰ ਗਈ ਭੱਜ ਕੇ, ਦੁੱਧ ਵਾਲੀ ਕਾੜਨੀ ਚੱਕ ਲਿਆਈ, ਲੱਸੀ ਵਾਲਾ ਘੜਾ ਚੱਕ ਲਿਆਈ, ਜੋ ਕੁਝ ਹੈਗਾ ਸੀ ਚੱਕ ਕੇ ਲੈ ਆਈ। ਇਹਨਾਂ ਦਾ ਪਤਾ ਕੋਈ ਥੋੜ੍ਹਾ ਹੈ। ਇਹ ਉੱਡ ਕੇ ਆਇਆ, ਉੱਡ ਕੇ ਚਲੇ ਜਾਣਾ। ਇਹਨਾਂ ਨੇ ਕੋਈ ਸੇਵਾ ਕਰਨਾ। ਆਖੋ ਨੂੰਹਾਂ ਧੀਆਂ ਨੂੰ ਸਭ ਨੂੰ ਆਵਾਜ਼ ਦਿੱਤੀ, ਨਹੀਂ ਉੱਠੋ, ਮਹਾਂਪੁਰਖ ਆ ਗਏ ਚਾਣ ਚੱਕ ਮੇਰੇ ਪਾਪਣ ਦੇ ਘਰ। ਆਖੋ ਮਹਾਂਪੁਰਖ ਚਾਣ ਚੱਕ ਗਣਕਾ ਵਾੜੇ ਸਾਡੇ ਪਾਪੀਆਂ ਦੇ ਘਰ। ਇੱਕ ਕਲੇਰਾਂ ਵਾਲੇ ਰਿਸ਼ੀ ਆ ਗਏ ਨੇ, ਪਤਾ ਨਹੀਂ ਕਿਵੇਂ ਆ ਕੇ ਖੜ ਗਿਆ। ਸਾਡੇ ਕਰਮ ਖੁੱਲ ਗਏ। ਰੱਬ ਆ ਗਿਆ ਹੈ। ਅਚਾਨ ਚੱਕ ਮਹਾਂਪੁਰਖ ਆ ਗਏ। ਉਹ ਤਾਂ ਬੜੀ ਖੁਸ਼ੀ ਹੋਈ।
ਲੱਸੀ ਪਾਣੀ ਜੋ ਕੁਛ ਸੀ ਫਟਾਫਟ ਦੁੱਧ ਚੱਕ ਲਿਆ। ਜਿਹਨੇ ਦੁੱਧ ਛਕਣਾ ਦੁੱਧ ਛਕਾਤਾ। ਬੇਨਤੀ ਕੀਤੀ ਜੀ ਛਕ ਲਓ, ਸਾਡੇ ਗਰੀਬਾਂ ਦੀ ਹਾਜ਼ਰੀ ਪ੍ਰਵਾਨ ਕਰ ਲਓ। ਲੱਸੀਆਂ ਪੀ ਲਈਆਂ ਸੇਵਾਦਾਰਾਂ ਨੇ, ਬੇਹੰਗਮਾਂ ਨੇ। ਬਾਬਾ ਜੀ ਨੇ ਜੋ ਲੋੜ ਅਨੁਸਾਰ ਸੀ ਛਕ ਲਿਆ। ਕਹਿੰਦੇ ਮਹਾਰਾਜ ਹੁਣ ਜਾਇਓ ਨਾ, ਮੈਂ ਫਟਾਫਟ ਥੋੜ੍ਹਾ ਜਿਹਾ ਲੰਗਰ ਵੀ ਤਿਆਰ ਕਰ ਲਾਂ। ਰੁੱਖਾ ਮਿੱਸਾ ਭੋਜਨ ਵੀ ਤਿਆਰ ਕਰ ਲਿਆ। ਮਹਾਂਪੁਰਖ ਚਾਣ ਚੱਕ ਗਣਕਾ ਵਾੜੇ ਆਏ ਖਲੋਤਾ। ਜਦੋਂ ਚੱਲੇ ਸੀ ਕਲੇਰਾਂ ਨੂੰ, ਰਾਹ ਵਿੱਚ ਬੜੀ ਗਰਮੀ ਲੱਗੀ, ਧੁੱਪ ਲੱਗੀ। ਸੋਚਿਆ ਕਿੱਧਰ ਕਰੀਏ, ਪਿੰਡ 'ਚ ਮੋਟਰ ਵਾੜ ਲਈ। ਘਰਾਂ ਦੇ ਅੱਗੇ ਜੋ ਲਿਖਿਆ ਸੀ ਪੜ੍ਹਦੇ ਗਏ, ਕਿਸੇ ਦੇ ਘਰ ਨਾ ਵੜੇ। ਜਿਸ ਘਰ ਦੇ ਵਿੱਚੋਂ ਥੋੜ੍ਹੀ ਜਿਹੀ ਰੱਬ ਦੇ ਨਾਂ ਦੀ ਖੁਸ਼ਬੂ ਆਈ ਨਾ, ਕਿ ਇਹ ਕਿਸੇ ਗੁਰੂ ਪੀਰ ਵਾਲੇ ਲੱਗਦੇ ਨੇ। ਆਖੋ ਸੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਨੂੰ ਵੀ ਫਾਰਮ ਬੜੇ ਸੀ, ਲੋਕਾਂ ਦੇ ਘਰ ਬੜੇ ਸੀ, ਖੁੱਲੀਆਂ ਦਲਾਨ ਪਏ ਹੋਏ ਸੀ। ਸ਼ਹਿਰ ਸੀ, ਸ਼ਹਿਰ ਤੋਂ ਬਾਅਦ ਫਾਰਮ ਬਣਿਆ ਸੀ ਗੁਰੂ ਨਾਨਕ ਸਾਹਿਬ। ਦੇਖ ਕੇ ਇੱਧਰ ਉੱਧਰ ਸੋਹਣਾ ਫਾਰਮ ਘਰ ਘੁਰ। ਗਰਮੀ ਬਰਸਾਤਾਂ ਦੇ ਦਿਨ 4 ਮਹੀਨੇ ਰੁਕਣਾ ਹੈ। ਇਹ ਮਹਾਂਪੁਰਸ਼ਾਂ ਦਾ ਕਰਮ ਹੁੰਦਾ ਸੀ ਚਮਾਸਾ, ਕਿ ਰੁਕ ਜੀ ਕਿਤੇ। ਭਾਗਾਂ ਦੇ ਨਾਲ ਆਪੇ ਗੁਰੂ ਸਾਹਿਬ ਸਮਾਂ ਬਣਾ ਦਿੰਦੇ। ਆ ਗੁਰੂ ਕਾ ਪਿਆਰਾ ਸੀ, ਸ਼ਾਇਦ ਨਾਲ ਸਾਡੇ ਚੀਮਾ ਸੀ ਬਰੇਲੀ ਵਾਲਾ। ਅਸੀਂ ਜਾ ਰਹੇ ਸੀ, ਲੰਘ ਰਹੇ ਸੀ। ਜਗ੍ਹਾ ਕੋਈ ਠੀਕ ਜੀ ਲੱਗੀ। ਮੈਂ ਕਿਹਾ ਗੱਡੀ ਰੋਕ ਲਓ। ਅਸੀਂ ਰੋਕ ਲਈ। ਮੈਂ ਕਿਹਾ ਚੀਮਿਆ ਇੱਥੇ ਠਾਠ ਬਣਾਈਏ। ਰੁਦਰਪੁਰ ਤੋਂ ਨਿਕਲੇ ਸੀ, ਗਦਰਪੁਰ ਲੰਘ ਕੇ ਲਾਲਪੁਰ ਆ ਗਿਆ। ਉੱਥੇ ਅਸੀਂ ਰੁਕ ਗਏ। ਯੂਪੀ ਸੀ ਉਦੋਂ, ਉੱਤਰਾਂਚਲ ਨਹੀਂ ਬਣਿਆ ਸੀ। ਜ਼ਮੀਨ ਦਾ ਰੇਟ ਕੀ ਇੱਥੇ? ਕਹਿੰਦੇ ਜੀ 1,00,000, 1.5 ਲੱਖ, 2 ਲੱਖ। ਦੋ ਕਿੱਲੇ ਆਪਾਂ ਲੈ ਲਈਏ, ਠਾਠ ਬਣਾਈਏ। ਅਸੀਂ ਉੱਥੇ ਰੁਕ ਗਏ। ਕਿਹੜਾ ਜੀ? ਇਹ ਲਾਲਪੁਰ ਹੈ। ਉਹ ਚੀਮਾ ਮੈਨੂੰ ਕਹਿੰਦਾ ਜੀ ਆਪਣੇ ਹਲਦਵਾਨੀ ਵਾਲੇ ਜਿਹੜੇ ਅਮਰਜੀਤ ਹੈ ਨਾ, ਉਹਨਾਂ ਨੇ ਵੀ ਜ਼ਮੀਨ ਇੱਥੇ ਲਈ ਹੈ ਕਿਤੇ। ਮੈਂ ਫੋਨ ਕਰ ਖਾਂ। ਉਹ ਕਹਿੰਦੇ ਜੀ ਫੋਨ 'ਤੇ ਗੱਲ ਹੋਈ। ਕਹਿੰਦੇ ਜੀ ਜ਼ਮੀਨ ਆਪਣੀ ਇੱਥੇ ਹੀ, ਜਿੱਥੇ ਤੁਸੀਂ ਬੈਠੇ ਜੇ ਲਾਲਪੁਰ, ਇੱਥੇ ਹੀ ਹੈ ਸਾਹਮਣੇ। ਤੇ ਬਾਬਾ ਜੀ ਤੁਸੀਂ ਕਿਰਪਾ ਕੀਤੀ ਉਦੋਂ, ਇਹ ਤੁਹਾਡੀ ਮਿਹਰ ਨਾਲ ਮਿਲੀ ਹੈ। ਮੈਂ ਜ਼ਮੀਨ ਵੇਚਦਾ ਸੀ ਪਹਿਲੋਂ, ਤੁਸੀਂ ਰੋਕਤਾ ਸੀ ਨਾ ਵੇਚ, ਮਹਿੰਗੀ ਵਿਕੇਗੀ। ਤੇ ਹੁਣ ਕਹਿੰਦਾ ਜ਼ਮੀਨ ਮਹਿੰਗੀ ਹੋ ਗਈ ਬਹੁਤ, ਸਾਡੀ 5 ਲੱਖ ਰੇਟ ਹੋ ਗਿਆ ਜ਼ਮੀਨ ਦਾ। ਤੇ ਮੈਂ ਫਿਰ ਵੇਚਤੀ ਇੱਥੋਂ। ਤੇ ਇੱਥੇ 80,000 ਨੂੰ ਲੱਖ ਨੂੰ ਹੀ ਮਿਲ ਗਈ ਸੀ ਮੈਨੂੰ। ਫਿਰ ਮੈਂ ਇੱਥੇ ਕਿੱਲੇ ਦੇ 5-5 ਕਿੱਲੇ ਲੈ ਲਏ ਕਿੱਲੇ ਪਿੱਛੇ। ਬਾਕੀ ਮੈਂ ਇੱਥੇ ਵੀ ਰੱਖ ਲਈ ਹਲਦਵਾਨੀ ਵੀ। ਤੇ ਮੈਂ ਕਿਹਾ ਫਿਰ ਦਸਵੰਧ? ਕਹਿੰਦੇ ਦਸਵੰਧ ਤੁਹਾਡਾ ਪੱਕਾ ਹੈ। ਜੇ ਤੁਸੀਂ 2 ਕਿੱਲਿਆਂ ਦੇ 10 ਕਿੱਲੇ ਦਿੱਤੇ ਆ, ਤੇ 2 ਕਿੱਲੇ ਤੁਹਾਡੇ ਹੀ ਨੇ। ਮੈਨੂੰ ਤਾਂ 8 ਬਣ ਗਏ ਨੇ 2 ਕਿੱਲਿਆਂ ਪਿੱਛੇ।
ਦੋ ਬਾਬਾ ਜੀ ਠਾਠ ਦੇ ਹੀ ਨੇ। ਤੇ ਮੈਂ ਕਿਹਾ ਜਿੱਥੇ ਠਾਠ ਹੈ ਸੰਗਤ ਵੀ ਹੋਣੀ ਚਾਹੀਦੀ। ਅਸੀਂ ਨਾਲ ਹੀ ਕਿਹਾ, ਮੈਂ ਕਿਹਾ ਰਹਿ ਰਸ ਦਾ ਟਾਈਮ ਹੋ ਗਿਆ। ਰੋਕਿਆ ਰਹਿ ਰਸ ਕਰਕੇ ਸੀ ਵੀ ਇੱਥੇ ਰਹਿ ਰਸ ਕਿਤੇ ਕਰ ਲਈਏ ਬਹਿ ਕੇ, ਕੀਰਤਨ ਦੀ ਹਾਜ਼ਰੀ ਭਰ ਲਈਏ, ਟਾਈਮ ਹੋ ਗਿਆ ਸ਼ਾਮ ਦਾ, ਵੀ ਰੋਕ ਲਾ। ਨਾਲੇ ਮੈਂ ਜ਼ਮੀਨ ਦਾ ਰੇਟ ਪੁੱਛਣ ਲੱਗ ਪਿਆ। ਰਮੇਸ਼ਪੁਰਾ ਸੀ ਨਾਲ ਹੀ, ਲਾਲਪੁਰੇ ਦੇ ਨਾਲ ਹੀ ਪਿੰਡ ਰਮੇਸ਼ਪੁਰਾ ਹੈ। ਕਹਿੰਦੇ ਜੀ ਉੱਥੇ ਗੁਰਦੁਆਰਾ ਹੈਗਾ। ਸੀ ਗੁਰਦੁਆਰੇ ਚਲੇ ਗਏ। ਉਹ ਗ੍ਰੰਥੀ ਭੱਜ ਕੇ ਆ ਗਿਆ, ਵਾਹਿਗੁਰੂ ਵਾਹਿਗੁਰੂ ਕਰਦਾ, ਧੰਨ ਗੁਰੂ ਨਾਨਕ ਆਖੇ। ਕਹਿੰਦੇ ਜੀ ਬੜੀ ਕਿਰਪਾ ਕੀਤੀ ਤੁਸੀਂ। ਅਸੀਂ ਤਾਂ ਸੰਗੀ ਨਾਨਕਸਰ ਦੇ ਹਾਂ। ਸਾਡੇ ਇੱਥੇ ਸੰਤ ਸੁਜਾਨ ਸਿੰਘ ਜੀ ਵੀ ਆਉਂਦੇ ਸੀ, ਚਮਨ ਲਾਲ ਜੀ ਵੀ ਆਉਂਦੇ ਆ। ਅਸੀਂ ਤਾਂ ਸੇਵਕ ਹੀ ਉੱਥੋਂ ਦੇ ਹਾਂ। ਬਰਸੀ 'ਤੇ ਵੀ ਜਾਂਦੇ ਆ। ਇਹ ਪੁੱਤਰ ਮੈਨੂੰ, ਜਿਹੜਾ ਮੇਰੇ ਘਰ ਪੁੱਤਰ ਖੇਡ ਰਿਹਾ, ਨਾਨਕਸਰ ਤੋਂ ਮਿਲਿਆ। ਅਸੀਂ ਰਹਿ ਰਸ ਕੀਤੀ ਹੈ। ਬਾਜੇ ਜੋੜੀਆਂ ਨਹੀਂ ਸੀ, ਉਵੇਂ ਹੀ ਕੀਰਤਨ ਕੀਤਾ, ਹਾਜ਼ਰੀ ਭਰੀ, ਸੰਗਤ ਆ ਗਈ। ਸੰਗਤ ਨੂੰ ਕਿਹਾ ਵੀ ਇੱਥੇ ਆਪਾਂ ਠਾਠ ਬਣਾਉਣਾ ਹੈ। ਉਹਨਾਂ ਤਾਂ ਸਭ ਨੂੰ ਚਾਅ ਚੜ੍ਹ ਗਿਆ ਜੀ, ਅਸੀਂ ਤਾਂ ਮੰਨਣ ਵਾਲੀ ਨਾਨਕਸਰ ਨੂੰ ਹਾਂ। ਅਸੀਂ ਤਾਂ ਬਹੁਤ ਦੇਰ ਤੋਂ ਚਾਹੁੰਦੇ ਸੀ। ਸੰਤ ਆਉਂਦੇ ਸੀ, ਸੁਜਾਨ ਸਿੰਘ ਜੀ ਕੀਰਤਨ ਕਰਕੇ 2-4 ਦਿਨ ਚਲੇ ਜਾਂਦੇ ਸੀ। ਚਮਨ ਲਾਲ ਜੀ ਆਉਂਦੇ ਨੇ, ਉਦੋਂ ਚਮਨਜੀਤ ਸਿੰਘ ਨਹੀਂ ਬਣੇ ਸੀ ਅਮਰ ਛਕ। ਉਹਨਾਂ ਦੇ ਫਾਰਮੀ ਕੋਈ ਸਥਾਨ ਨਹੀਂ ਬਣਿਆ। ਅਸੀਂ ਰਹਿ ਰਸ ਕੀਤੀ, ਕੀਰਤਨ ਕੀਤਾ। ਉਹਨੇ ਅਮਰਜੀਤ ਸਿੰਘ ਨੇ 2 ਕਿੱਲਿਆਂ ਦੀ ਬੇਨਤੀ ਕਰਤੀ। ਫਿਰ ਅਸੀਂ ਆ ਕੇ ਦੁਬਾਰਾ ਵੇਖ ਕੇ ਉੱਥੇ ਠਾਠ ਸ਼ੁਰੂ ਕਰਕੇ ਬਣਾਤਾ। ਹੁਣ ਭਾਈ ਸੁਖਚੈਨ ਸਿੰਘ ਰਹਿੰਦੇ ਆ ਲਾਲਪੁਰ। ਜਿੱਥੇ ਗੁਰੂ ਦਾ ਕੋਈ ਹੋਵੇ, ਪਿਛਲਾ ਕਰਮ ਹੋਵੇ, ਧਰਤੀ ਦੇ ਭਾਗ ਖੁੱਲ ਜਾਂਦੇ ਆ। ਖੁਸ਼ੀ ਵਾਹਿਗੁਰੂ। ਇੱਥੇ ਵੀ ਢਿੱਲੋਂ ਲੈ ਆਇਆ ਸੀ ਸਾਨੂੰ, ਕੋਈ ਜਾਣਦੇ ਜੂੰਦੇ ਤਾਂ ਕੋਈ ਹੈ ਨਹੀਂ ਸੀ। 2 ਕਮਰੇ ਬਣੇ ਸੀ। ਕਹਿੰਦੇ ਜ਼ਮੀਨ ਸਸਤੀ ਆ, ਆਪਾਂ ਲੈ ਲਈਏ। ਉਹ ਜਿਨ੍ਹਾਂ ਨੇ ਵੇਚਣੀ ਸੀ ਉਹ ਬੜੇ ਮਗਰ ਪਏ ਹੋਏ ਸੀ। ਉਹਨਾਂ ਦੀ ਵਿਕ ਨਹੀਂ ਰਹੀ ਸੀ, ਕਿਤੇ ਲੈ ਬੈਠੇ। ਬਦੋ ਬਦੀ ਫਿਰ ਇੱਥੇ ਗੱਲਬਾਤ ਹੋ ਗਈ। ਮੈਂ ਕਹੇ ਤਾਂ ਠੀਕ ਹੈ, ਲੈ ਲਓ ਥੋੜ੍ਹੀ। ਸਾਰੀ ਦਾ ਸੌਦਾ ਕੀਤਾ ਸੀ, ਮੇਰੀ ਛੱਡਤਾ ਸੀ ਕਿ ਤੁਹਾਡੇ ਰੇਟ ਜ਼ਿਆਦੇ ਆ ਭਾਈ, ਇੱਥੇ ਰੇਟ ਘੱਟ ਹੀ। ਗੁਰੂ ਸਾਹਿਬ ਦੇ ਸਥਾਨ ਬਣ ਗਏ। ਜਗ੍ਹਾ ਦੇ ਭਾਗ ਹੁੰਦੇ ਨੇ। ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਿਆ ਸਥਿਲ ਸੋਹਣ ਚੁਬਾਰੇ। ਉੱਥੇ ਚੁਬਾਰੇ ਸੋਭਦੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ, ਸਹੀ ਨਗਰ ਉਜਾੜੀ ਜੀਓ। ਇਹ ਕਰਮ ਹੁੰਦੇ ਆ, ਭਾਗ। ਹੁਣ ਆਪਾਂ ਸਮਾਪਤੀ ਕਰਾਂਗੇ, ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਇਹ ਸਾਖੀ ਕੱਲ੍ਹ ਨੂੰ ਕਰਾਂਗੇ ਗੁਰੂ ਨਾਨਕ ਸਾਹਿਬ ਵਾਲੀ। ਫਿਰ ਕਿ ਗੁਰੂ ਸਾਹਿਬ ਉੱਥੇ ਰੁਕ ਗਏ ਆਪਣੇ ਆਪ। ਚਮਾਸਾ ਹੈ ਉਹ, ਫਿਰ ਜਿੰਦਾ ਭਾਈ ਖੇਤ ਸੀ, ਖੱਤਰੀ ਸੀ, ਸ਼ਹਿਰ 'ਚ ਦੁਕਾਨਦਾਰ ਸੀ। ਉਹਨੂੰ ਉਹ ਕਿਤੇ ਆਇਆ ਆਪਣੀ ਗੇੜਾ ਮਾਰਨ, ਦੇਖਿਆ ਮਹਾਂਪੁਰਖ ਬੈਠੇ, ਆਖੋ ਸ੍ਰੀ ਵਾਹਿਗੁਰੂ। ਫਿਰ ਗੁਰੂ ਸਾਹਿਬ
ਕੀ ਲੀਲਾ ਵਰਤਦੀ ਏ ਕੱਲ੍ਹ ਨੂੰ ਕਰਾਂਗੇ। ਗੁਰੂ ਸਾਹਿਬ ਕਹਿੰਦੇ ਸੀ ਰੰਗ ਕਰਤਾਰ ਦੇ ਵੇਖੋ, ਮਾਲਕ ਕੀ ਕਰਦਾ ਹੈ। ਦੁੱਖ ਸੁੱਖ, ਦੁੱਖ ਤਕਲੀਫਾਂ ਨਹੀਂ, ਇਹ ਲੋੜਾਂ ਜ਼ਰੂਰਤਾਂ ਨਹੀਂ, ਇਹ ਤਾਂ ਭਾਗ ਜਾਗਦੇ ਆ, ਕਰਮ ਜਾਗਦੇ ਆ। ਗੁਰੂ ਸਾਹਿਬ ਅੱਗੇ ਬੇਨਤੀ ਕਰ ਕਰਕੇ ਮੰਗੇ। ਇਹ ਸੰਗਤ ਬਹੁਤ ਵੱਡੀ ਹੈ, ਆਪਾਂ ਬੜੇ ਛੋਟੇ ਹਾਂ, ਆਪਣੇ ਕਰਮ ਨਹੀਂ ਇੰਨੇ ਚੰਗੇ, ਉਹ ਧੱਕਾ ਦਿੰਦੇ ਆ। ਸਤਿਗੁਰੂ ਕਿਰਪਾ ਕਰਨ, ਆਪਦੇ ਚਰਨੀ ਲਾ ਲੈਣ, ਆਪਦੀ ਸੰਗਤ ਬਖਸ਼ਣ, ਨਾਮ ਜਪਾ ਲੈਣ ਆਪਣੀ ਮਿਹਰ ਕਰਕੇ। ਇਹ ਉਹਨਾਂ ਦਾ ਫਜ਼ਲ ਹੀ ਆਖੋ ਸੀ। ਉਹਨੇ ਕਿਹਾ ਸੀ ਅਦਲ ਨਾ ਕਰੀ ਫਜ਼ਲ ਕਰੀ। ਸ਼ਾਹ ਹੁਸੈਨ ਕਹਿੰਦੇ ਮੈਂ ਦਾਤਾ ਤੇਰੀ ਅਦਾਲਤ ਵਿੱਚ ਆਇਆ, ਤੂੰ ਅਦਲ ਨਾ ਕਰੀ। ਅਦਾਲਤ ਅਦਲ ਕਰਦੀ ਏ ਫੈਸਲਾ ਕਿ ਤੇਰੇ ਕਰਮਾਂ 'ਚ ਭਗਤੀ ਹੈ ਕਿ ਨਹੀਂ, ਤੂੰ ਰਹਿ ਸਕਦਾ ਕਿ ਨਹੀਂ, ਤੂੰ ਯੋਗ ਹੈ ਕਿ ਨਹੀਂ, ਇਹ ਅਦਲ ਹੈ। ਕਹਿੰਦੇ ਮੈਂ ਇਹ ਅਦਲ ਕਰੇਗਾ ਤੇ ਮੈਂ ਨਹੀਂ ਪਾਸ ਹੋ ਸਕਦਾ, ਮੈਂ ਜੇ ਤੂੰ ਫਜ਼ਲ ਕਰੇਗਾ ਫਿਰ ਜ਼ਰੂਰ। ਉਹ ਦੁਬਈ ਮੁਸਲਮਾਨ ਗੱਡੀ ਚਲਾ ਰਿਹਾ ਸੀ, ਸਾਡੀ ਡਰਾਈਵਰ ਉਹਨਾਂ ਦਾ। ਮੈਂ ਕਿਹਾ ਕਿਵੇਂ ਰੋਜ਼ੇ ਰੱਖਦੇ ਤੁਸੀਂ? ਕਹਿੰਦੇ ਵੀ ਅਸੀਂ ਫਜਲ ਦੀ ਨਮਾਜ਼ ਦੇ ਨਾਲ ਹੀ ਰੋਜ਼ਾ ਰੱਖਦੇ ਹਾਂ ਸਵੇਰੇ। ਫਿਰ ਉਹਨੂੰ ਦੱਸਿਆ ਵੀ 5 ਨਮਾਜ਼ਾਂ ਸਾਡੀਆਂ ਅਲੱਗ-ਅਲੱਗ ਨਾਮ ਨੇ ਨਮਾਜ਼ ਦੇ। ਸਭ ਤੋਂ ਸਵੇਰੇ ਜਿਹੜੀ ਪਹਿਲੀ ਨਮਾਜ਼ ਏ ਉਹ ਇਹ ਫਜਲ ਦੀ, ਉਹਦੀ ਮਿਹਰ ਦੀ। ਦਾਤਾ ਤੇਰੀ ਮਿਹਰ ਹੈ ਤੇ ਮੈਂ ਸਵੇਰੇ ਉੱਠਾਂਗਾ, ਤੇਰੀ ਮਿਹਰ ਹੈ ਤੇ ਮੈਂ ਨਮਾਜ਼ ਕਰ ਸਕਾਂਗਾ। ਪੰਜਾਬ ਦੇ ਮੁਸਲਮਾਨ ਨਹੀਂ ਕਰਦੇ, ਸ਼ੁੱਕਰਵਾਰ ਹੀ ਕਰਦੇ ਆ, ਕਈ ਸ਼ੁੱਕਰਵਾਰ ਵੀ ਨਹੀਂ ਕਰਦੇ, ਉਹ ਸਾਰੀਆਂ ਨਮਾਜ਼ਾਂ ਕਰਦੇ ਆ, ਰੋਜ਼ੇ ਰੱਖਦੇ ਆ। ਸਵੇਰੇ 4 ਵਜੇ ਕਹਿੰਦੇ ਕੋਈ ਨਾ ਕੋਈ ਛਕ ਲੈਣਾ ਜੋ ਮਰਜ਼ੀ, ਫਜਲ ਦੀ ਨਮਾਜ਼ ਨਾਲ, ਫਿਰ ਨਹੀਂ ਖਾਣਾ। ਫਿਰ ਸ਼ਾਮ ਦੀ ਉਹਨੇ ਦੱਸਿਆ ਵੀ ਨਮਾਜ਼ ਕਰਕੇ ਸੂਰਜ ਉਦੇ ਹੁੰਦਾ ਜਦੋਂ, ਉਦੋਂ ਕੋਈ ਛਕਣਾ, ਉਨੀ ਦੇਰ ਕੋਈ ਖਾਣਾ ਨਹੀਂ। ਖੁਦਾ ਦੇ ਨਾਮ 'ਤੇ ਸਾਰਾ ਦਿਨ ਇਵੇਂ ਹੀ ਰੱਖਣਾ ਹੈ। ਹਿੰਦੂਆਂ ਦੇ ਪਰਿਵਾਰ ਸੀ, ਉਸ ਘਰੇ ਅਸੀਂ ਗਏ ਲੰਗਰ ਛਕਣ। ਉਹ ਕਹਿੰਦੇ ਸਾਡੇ, ਉਹਨਾਂ ਦੇ ਮੁਸਲਮਾਨ ਦੇ ਤਾਂ ਰੋਜ਼ੇ ਸੀ, ਉਹ ਕਹਿੰਦੇ ਸਾਡੇ ਨਰਾਤੇ, ਉਹਨਾਂ ਸਾਨੂੰ ਲੰਗਰ ਕੀਤਾ, ਛਕਾਇਆ, ਬੜਾ ਸੋਹਣਾ ਘਰ ਬਣਾਇਆ ਸੀ, ਜਿਹੜਾ ਖਜੂਰ ਦੀ ਪੇੜ ਵਰਗਾ ਦੁਬਈ 'ਚ ਬਣਿਆ ਥਾਂ ਜਿਹਾ, ਸਮੁੰਦਰ ਦੇ ਵਿੱਚ ਪੱਤੀਆਂ ਤੇ ਪੇੜ ਬਣਾ ਕੇ ਉੱਥੇ ਘਰ ਵਸਾਏ ਨੇ। ਉੱਥੇ ਉਹਨਾਂ ਦਾ ਘਰ ਸੀ, ਗਏ। ਉਹ ਕਹਿੰਦੇ ਸਾਡੇ ਨਰਾਤੇ ਆ, ਅਸੀਂ ਇਹ 7 ਨਰਾਤੇ ਕੋਈ ਨਹੀਂ ਖਾਂਦੇ ਸਵੇਰ ਤੋਂ ਸ਼ਾਮ ਤੱਕ। ਕੋਈ ਕਿਸੇ ਤਰੀਕੇ ਕਰਦਾ ਹੈ, ਸਿਹਤ ਵਾਸਤੇ ਵੀ ਚੰਗਾ ਹੁੰਦਾ ਹੈ। ਉਹਨਾਂ ਦੱਸਿਆ ਫਜਲ ਦੀ ਨਮਾਜ਼। ਆਪਾਂ ਵੀ ਜਦੋਂ ਸਵੇਰੇ ਕੀਰਤਨ ਕਰਦੇ ਹਾਂ, ਇਹ ਫਜਲ ਦੀ ਨਮਾਜ਼ ਹੈ। ਅੰਮ੍ਰਿਤ ਵੇਲੇ ਬੋਲਿਆ ਬੰਬੀਆ, ਤਾਂ ਦਰ ਸੁਣੀ ਪੁਕਾਰ, ਫਿਰ ਗੁਰੂ ਸਾਡੇ ਤੇ ਮਿਹਰਾਂ ਕਰਦੇ। ਮਨ ਨਹੀਂ ਲੱਗਦਾ, ਤਕਲੀਫ ਹੁੰਦੀ ਕੀਰਤਨ ਦੀ, ਭਗਤੀ ਦੀ, ਕਰਮ ਖੋਟੇ ਆ। ਗੁਰੂ ਸਾਹਿਬ ਅੱਗੇ ਅਰਜ਼ ਕਰੋ ਕਿ ਮਹਾਰਾਜ ਜਿਹੋ ਜਿਹੇ ਵੀ ਆਪਦੀ ਸੇਵਾ ਵਿੱਚ ਲਾਵੋ, ਕੀਰਤਨ 'ਚ ਲਾਵੋ। ਮਿਹਰ ਕਰੋ ਬਾਬਾ ਜੀ ਨੂੰ। ਮੈਂ ਕਿਹਾ ਜੀ ਕਿਰਪਾ ਕਰੋ, ਮਨ ਨਹੀਂ ਲੱਗ ਰਿਹਾ ਕੀਰਤਨ 'ਚ, ਸੇਵਾ 'ਚ ਬਿਲਕੁਲ ਨਹੀਂ ਲੱਗਦਾ, ਤੁਸੀਂ ਕਿਰਪਾ ਕਰੋ, ਮਿਹਰ ਕਰੋ। ਉਹਨਾਂ ਨੇ ਕਿਹਾ ਵੀ ਤੂੰ ਮੰਗਿਆ ਕਰ। ਜਦੋਂ
ਗੁਰੂ ਸਾਹਿਬ ਦੀ ਸੇਵਾ ਕਰਦਾ ਹੈ, ਕੀਰਤਨ ਸੋਲਾ ਕਰਦਾ ਹੈ, ਅਰਦਾਸ ਕਰਕੇ ਮੰਗ। ਮਿਹਰ ਗੁਰੂ ਤੋਂ ਨਹੀਂ ਮੰਗਣਾ, ਕਿੰਨੇ ਤੋਂ ਮੰਗਣਾ ਹੈ? ਮਨ ਕਰਮ ਮਾੜੇ ਨੇ, ਭਾਗ ਸਾਡੇ ਕਰਮਾਂ ਤੇ ਨਾ ਜਾਵੀਂ। ਰਹਿਮਤ ਦੀ ਪ੍ਰਕਾਨੀ ਆਪਣੀ ਫਜ਼ਲ ਕਰੀ। ਮੁਸਲਮਾਨ ਫਜ਼ਲ ਦੀ ਨਮਾਜ਼ ਕਰਦੇ ਆ, ਖੁਦਾ ਮੇਰੇ ਤੇ ਮਿਹਰ ਕਰੀ, ਰਹਿਮਤ ਕਰੀ, ਅੱਲਾ ਮਿਹਰ ਕਰੀ। ਸਵੇਰੇ ਉੱਠ ਕੇ ਨਿਤਨੇਮ ਕਰੋ, ਉਹਦੇ ਤੋਂ ਮਿਹਰ ਮੰਗੋ। ਰਾਤ ਨੂੰ ਕੀਰਤਨ ਸੋਹਿਲਾ ਪੜੋ, ਅਰਦਾਸ ਕਰੋ, ਮਿਹਰ ਮੰਗੋ ਉਸ ਤੋਂ। ਬਖਸ਼ਿਸ਼ ਮੰਗ ਕੇ ਸਮੋ ਰਹਿ ਰਾਸ ਕਰੋ, ਕਿਰਪਾ ਕਰੋ, ਮਿਹਰ ਕਰੋ। ਗੁਰੂ ਨਾਨਕ ਸਾਹਿਬ ਜੀ, ਅਸੀਂ ਤੇਰੀ ਮਿਹਰ ਨਾਲ ਤਰਨਾ ਜੀ। ਗੁਰੂ ਨਾਨਕ ਜੀ ਕਿਰਪਾ ਕਰੋ, ਮਿਹਰ ਕਰੋ। ਪਰ ਸਾਵਧਾਨ ਹੋਣਾ ਹੈ। ਮਾੜੇ ਕਰਮ ਨੇ, ਸੁਪਨੇ ਮਾੜੇ ਆ, ਖਿਆਲ ਮਾੜੇ ਆ, ਦਿਲ ਨਹੀਂ ਲੱਗਦਾ, ਮਨ ਭਟਕਦਾ ਹੈ, ਮਾਇਆ ਪਦਾਰਥਾਂ ਨੂੰ ਖਿੱਚਦਾ ਹੈ। ਇਹ ਕਰਮ ਧੱਕਾ ਦੇ ਰਹੇ ਨੇ। ਇਹ ਗੁਰੂ ਸਾਹਿਬ ਕਹਿੰਦੇ ਆ, ਜਹਾਂ ਦਾਣੀ ਤਾਂ ਖਾਣੀ, ਨਾਨਕਾ ਸੱਚੇ। ਨੱਕ ਨੱਥ ਖਸਮ ਹੱਥ, ਕਿਰਤ ਧੱਕਾ ਦੇ ਕਿ ਪਤਾ ਨਹੀਂ ਕੀ ਕਰਨਾ ਹੈ। ਉਹ ਕਿਰਤ ਧੱਕੇ ਦਿੰਦੀ, ਕਿੱਧਰ ਧੱਕੇ ਖਾਣੇ ਆ। ਬਾਬਾ ਜੀ ਬੜਾ ਹੀ ਪਿਆਰ ਕਰਨ ਇੱਕ ਮੁੰਡੇ ਨੂੰ, ਬੜਾ ਹੀ ਕੋਲ ਕੋਲ ਬਿਠਾਉਣ, ਨਾਲ ਨਾਲ ਰੱਖਣ। ਜਲੂਸ ਨਗਰ ਕੀਰਤਨ ਉਸ ਸਮੇਂ ਜਲੂਸ ਕਹਿੰਦੇ ਸੀ, ਬੜਾ ਵੱਡਾ ਜਲੂਸ। ਉਹਨਾਂ ਨੇ ਬਾਬਾ ਜੀ ਵਾਸਤੇ ਅਰਜ਼ ਕੀਤੀ, ਬਾਬਾ ਜੀ ਤੁਸੀਂ ਜਲੂਸ 'ਚ ਚੱਲੋ। ਬਾਬਾ ਜੀ ਕਹਿੰਦੇ ਅਸੀਂ ਨਹੀਂ ਜਾਣਾ ਭਾਈ, ਤੁਹਾਡੇ ਗੁਰੂ ਗ੍ਰੰਥ ਸਾਹਿਬ ਨਹੀਂ ਹੈਗੇ। ਬਾਬਾ ਜੀ ਅਸੀਂ ਗੁਰੂ ਸਾਹਿਬ ਲੈ ਆਵਾਂਗੇ। ਕਹਿੰਦੇ ਤੁਸੀਂ ਆਪ ਊਠਾਂ 'ਤੇ ਚੜ੍ਹੋਗੇ, ਹਾਥੀਆਂ 'ਤੇ ਚੜ੍ਹੋਗੇ, ਗੁਰੂ ਸਾਹਿਬ ਕਾਹਦੇ 'ਤੇ ਥੱਲੇ ਨੀਵੇਂ ਜਾਣਗੇ? ਕਹਿੰਦੇ ਨਹੀਂ ਜੀ, ਗੁਰੂ ਸਾਹਿਬ ਵਾਸਤੇ ਹਾਥੀ ਲਿਆਉਣੇ ਆ, ਹਾਥੀ 'ਤੇ ਪਾਲਕੀ ਰੱਖਾਂਗੇ। ਜੇ ਅਸੀਂ ਨਗਰ ਜਲੂਸ ਕੱਢਾਂਗੇ ਵੱਡੀਆਂ ਵੱਡੀਆਂ ਮੋਟਰਾਂ ਗੱਡੀਆਂ 'ਤੇ ਬਾਬਾ ਜੀ ਕਹਿੰਦੇ ਤੁਹਾਡੇ ਨਾਲ ਉੱਚੀ ਚੀਜ਼ ਹੋਣੀ ਚਾਹੀਦੀ ਹੈ। ਉਹਨਾਂ ਨੇ ਹਾਥੀ ਲੈ ਆਂਦਾ ਬਾਬਾ ਜੀ ਵਾਸਤੇ, ਗੁਰੂ ਸਾਹਿਬ ਵਾਸਤੇ ਨਹੀਂ, ਬਾਬਾ ਜੀ ਵਾਸਤੇ ਹਾਥੀ ਲਿਆਂਦਾ। ਬਾਬਾ ਜੀ ਕਹਿੰਦੇ ਗੁਰੂ ਸਾਹਿਬ ਇਹਦੇ 'ਤੇ ਪ੍ਰਕਾਸ਼ ਕਰੋ ਜੀ, ਤਾਂ ਬੈਠਾਂਗੇ, ਅਸੀਂ ਕਿਉਂ ਹਾਥੀ 'ਤੇ ਬੈਠਾਂਗੇ? ਗੁਰੂ ਸਾਹਿਬ ਪ੍ਰਕਾਸ਼ ਕੀਤੇ ਪਾਲਕੀ 'ਚ, ਹਾਥੀ 'ਤੇ ਬੈਠ ਗਏ। ਉਸ ਬੱਚੇ ਨੂੰ ਵੀ ਨਾਲ ਬਿਠਾ ਲਿਆ। ਇੰਨਾ ਬਾਬਾ ਜੀ, ਉਹ ਬਾਬਾ ਜੀ ਦੀ ਥੋੜ੍ਹੀ ਜਿਹੀ ਪਿਕਚਰ ਹੈਗੀ ਥੋੜ੍ਹੇ ਸਮੇਂ ਦੀ, ਉਸ ਮੁੰਡੇ ਨੂੰ ਵੀ ਬਿਠਾ ਲਿਆ ਨਾਲ। ਪਰ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਬਾਬਾ ਜੀ ਦੇ ਕੋਲ ਬੜੀਆਂ ਉਹ ਉੱਚੀਆਂ ਨੀਵੀਆਂ ਗੱਲਾਂ ਕਰਨ ਲੱਗ ਪਿਆ, ਸ਼ਿਕਾਇਤਾਂ ਲਾਉਣ ਲੱਗ ਪਿਆ। ਕਦੀ ਉਸਤਾਦ ਬਾਬਾ ਕੇਰ ਸਿੰਘ ਜੀ ਦੀ, ਕਦੀ ਬਾਬਾ ਕੁੰਦਨ ਸਿੰਘ ਜੀ ਦੀ, ਕਦੀ ਕਿਸੇ ਦੀ, ਸਾਧੂ ਸਿੰਘ ਬਾਬਾ ਸਾਧੂ ਸਿੰਘ ਦੀ। ਬੇਗਮਾਂ ਦੀਆਂ ਜਿਹੜੇ ਵਿਚਾਰੇ ਦਾਸ ਬਣ ਕੇ ਰਹਿੰਦੇ ਆ, ਉਹਨਾਂ ਦੀਆਂ ਉਹ ਸ਼ਿਕਾਇਤਾਂ ਲਾਉਣ ਲੱਗੇ। ਇੱਥੇ ਚਰਨ ਧੂੜੀ ਵਾਲੇ ਲੰਘਦੇ ਆ, ਉਹਨੂੰ ਥੋੜ੍ਹੇ ਜਿਹੇ ਮਾਣ ਮਿਲ ਗਏ। ਬਾਬਾ ਜੀ ਨੇ ਥੋੜ੍ਹਾ ਜਿਹਾ ਪਿੱਛੇ ਕਰਤਾ। ਹੁਣ ਸਮਾਂ ਆਇਆ, ਬਾਬਾ ਉਹ ਕੋਈ ਸੇਵਾ ਨਹੀਂ ਕਰਦਾ ਸੀ, ਨਾ ਉਹਦੇ ਕੋਲ ਕੋਈ ਕੀਰਤਨ ਦੀ ਡਿਊਟੀ, ਨਾ ਜੋੜੀ ਦੀ, ਨਾ ਬਾਜੇ ਦੀ, ਨਾ ਸੱਚਖੰਡ ਦੀ ਸੇਵਾ ਦੀ। ਐਵੇਂ ਹੀ ਸੀ ਬਸ, ਅੱਲਾ ਰੱਖਾ। ਬਾਬਾ ਜੀ ਤੋਂ ਬਾਅਦ ਫਿਰ ਉਹ ਪਹਿਲੋਂ ਭਾਂਡੇ ਮਾਂਜਦੇ ਨੂੰ ਬਾਬਾ ਜੀ ਲੈ ਕੇ ਆਏ ਸੀ ਕਿਸੇ ਹੋਟਲ ਤੋਂ। ਮੁੰਡਾ ਸੋਹਣਾ ਲੱਗਿਆ,
ਬਾਬਾ ਜੀ ਕਹਿੰਦੇ ਵੀ ਹੋਟਲਾਂ 'ਚ ਧੱਕੇ ਖਾਦਿਆ, ਬੱਚਾ ਬੜਾ ਪਿਆਰਾ ਏ, ਵੀ ਇਹਨੂੰ ਪੁੱਛ ਲਓ ਨਾਲ ਜਾਣਾ ਤੇ ਵੀ ਤੈਨੂੰ ਸੋਹਣੇ ਕੱਪੜੇ, ਲੀੜੇ ਕੱਪੜੇ, ਖਾਣਾ ਵਧੀਆ ਮਿਲੇਗਾ, ਗੱਡੀਆਂ 'ਤੇ ਚੜ੍ਹੇਗਾ, ਇੱਥੇ ਮੈਂ ਭਾਂਡੇ ਮਾਂਜੇਗਾ। ਬਾਬਾ ਜੀ ਲੈ ਆਏ ਕਲਕੱਤੇ ਵੱਲੋਂ, ਉੱਧਰੋਂ ਭਾਂਡੇ ਮਾਂਜਦੇ। ਲਿਆ ਕੇ ਨਾਲ ਰੱਖ ਲਿਆ, ਬੜਾ ਪਿਆਰ ਕਰਨ ਲੱਗ ਪਈ। ਜਦੋਂ ਵੇਖਿਆ ਇਸ ਸੰਗਤ ਦੇ ਯੋਗ ਨਹੀਂ ਇਹ, ਇਹਦੀਆਂ ਉਹੋ ਹੀ ਆਦਤਾਂ ਨੇ ਸਾਰੀਆਂ ਮਾੜੀਆਂ। ਫਿਰ ਗਿਆ ਬਾਬਾ ਜੀ ਨੇ, ਜਾ ਫਿਰ ਜਿੱਥੋਂ ਆਇਆ ਸੀ ਉੱਥੇ ਹੀ ਜਾਏਗਾ। ਮਹਾਂਪੁਰਸ਼ ਤਪ ਕਰਦੇ ਸੀ, ਤਪ ਕਰਦਿਆਂ ਚੂਹੀ ਡਿੱਗ ਪਈ ਉੱਤੇ। ਸੰਤਾਂ ਨੇ ਵੇਖਿਆ, ਨਾਮ ਜਪ ਰਹੇ ਸੀ, ਉਹਨੂੰ ਸੋਹਣੀ ਲੜਕੀ ਬਣਾਤਾ। ਲੜਕੀ ਬਣਾ ਕੇ ਸੰਤ ਕਹਿਣ ਲੱਗੇ ਵੀ ਤੇਰਾ ਹੁਣ ਵਿਆਹ ਕਰ ਦਈਏ। ਸੂਰਜ ਨਾਲ ਕਰ ਦਈਏ, ਕਹਿੰਦੇ ਨਹੀਂ, ਸੂਰਜ ਤਾਂ ਸੜਦਾ ਬਲਦਾ ਹੈ। ਚੰਦਰਮਾ ਨਾਲ ਕਰ ਦਈਏ, ਕਹਿੰਦੇ ਵਾਧਾ ਘਟਦਾ ਹੈ। ਕਹਿੰਦੇ ਫਿਰ ਤੇਰਾ ਵਿਆਹ ਪਹਾੜ ਨਾਲ ਕਰ ਦਈਏ। ਮਹਾਂਪੁਰਸ਼ ਲੀਲਾ ਰਚਣ ਲੱਗ ਪਏ, ਚੋਜ। ਕਹਿੰਦੇ ਜੀ ਪਹਾੜ ਦੇ ਵਿੱਚ ਚੂਹਾ ਖੁੱਡ ਕੱਢ ਜਾਂਦਾ ਹੈ, ਪਹਾੜ 'ਚ ਤਾਂ ਚੂਹੇ ਖੁੱਡ ਕੱਢ ਦਿੰਦੇ ਆ। ਕਹਿੰਦੇ ਫਿਰ ਚੂਹੇ ਨਾਲ ਕਰ ਦਈਏ, ਕਹਿੰਦੀ ਹਾਂ ਚੂਹੇ ਨਾਲ ਕਰ ਦੇ। ਮਹਾਂਪੁਰਸ਼ਾਂ ਨੇ ਗੁੱਤ ਤੋਂ ਫੜ ਕੇ, ਦੁਰ ਫੁੱਟੇ ਮੂੰਹ ਆਖਰੀ ਹੀ ਨੇ, ਗੁੱਤੋਂ ਫੜ ਕੇ ਧੂਈ, ਉਹ ਚੂਹੀ ਤੋਂ ਤੈਨੂੰ ਸੋਹਣੀ ਔਰਤ ਕੀਤਾ, ਪਰ ਤੂੰ ਚੂਹੀ ਦੀ ਚੂਹੀ ਜਾ, ਧੱਕੇ ਖਾ। ਤੈਨੂੰ ਤਾਂ ਸੁੰਦਰ ਔਰਤ ਬਣਾਇਆ, ਤੈਨੂੰ ਸੁੰਦਰ ਥਾਂ ਤੇ ਤੇਰਾ ਕਿਤੇ ਵਿਆਹ ਕਰ ਦੇ। ਸ਼ਕਤੀਆਂ ਦੇ ਮਾਲਕ ਸੀ, ਜੋ ਮਰਜ਼ੀ ਕਰ ਸਕਦੇ ਸੀ। ਦੁਰ ਫੁੱਟੇ ਮੂੰਹ ਆਖਰੀ ਕੀ ਨੇ, ਗੁੱਤੋਂ ਫੜ ਕੇ ਧੂਈ, ਉਹ ਚੂਹੀ ਤੋਂ ਤੈਨੂੰ ਔਰਤ ਕੀਤਾ, ਪਰ ਜਾ ਫਿਰ ਤੂੰ ਤਾਂ ਚੂਹੀ ਦੀ ਚੂਹੀ, ਗੁੱਤੋਂ ਫੜ ਕੇ ਮਾਰਿਆ ਜਾ ਚੂਹੀ, ਜੇ ਤੂੰ ਚੂਹੇ ਲੱਭਣੇ ਆਖੋ ਸੀ। ਤੈਨੂੰ ਨਹੀਂ ਸੰਗਤ ਗੁਰੂ ਨਾਨਕ ਦੀ ਪਿਆਰੀ, ਤੇ ਅਸੀਂ ਕੀ ਕਰੀਏ ਭਾਈ? ਤੇਰੇ ਕਰਮਾਂ 'ਚ ਧੱਕੇ ਲਿਖੇ ਤੇ ਖਾ ਧੱਕੇ। ਫਿਰ ਗੁਰੂ ਨਾਨਕ ਦਾ ਘਰ ਤੈਨੂੰ ਨਹੀਂ ਚੰਗਾ ਲੱਗਦਾ ਤੇ ਫਿਰ ਜਾ ਜਿੱਧਰ ਜਾਣਾ। ਇੱਥੇ ਤਾਂ ਗਰੀਬ ਬਣ ਕੇ, ਦਾਸ ਬਣ ਕੇ, ਨਿਮਾਣੇ ਬਣ ਕੇ, ਸੰਗਤ 'ਚ ਧੂੜੀ ਬਣ ਕੇ ਰਹਿਣਾ ਹੈ। ਗੁਰੂ ਨਾਨਕ ਦੇ ਚਰਨਾਂ ਦੀ ਤੇ ਅਰਦਾਸਾਂ ਕਰਨੀਆਂ ਜੀ, ਮੈਨੂੰ ਰੱਖ ਲਓ, ਮੈਨੂੰ ਮੇਲ ਲਓ। ਮੋਹੇ ਗਰੀਬ ਕੋ ਲਿਹੋ ਰਲਾਏ, ਇੱਥੇ ਤਾਂ ਧਾਰਨਾ ਲਾਉਣੀ ਹੈ, ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ। ਇੱਥੇ ਤਾਂ ਟਹਿ ਟਹਿ ਕੇ ਮੰਗ ਗੁਰੂ ਕੋਲ, ਅਰਜ਼ਾਂ ਕਰਕੇ ਮੰਗ। ਗੁਰੂ ਸਾਹਿਬ ਜੀ ਸਾਨੂੰ ਚਰਨਾਂ ਨਾਲ ਜੋੜੋ। ਜੇ ਕੋਈ ਪਛੜ ਜੇ, ਕਿਤੇ ਰਹਿ ਜੇ, ਫਿਰ ਤੈਨੂੰ ਤੜਫ ਨਾ ਟਿਕਣ ਦੇਵੇ ਕਿ ਮੈਂ ਕਿਉਂ ਸੰਗਤ ਤੋਂ ਪਛੜ ਗਿਆ, ਕਿਉਂ ਰਹਿ ਗਿਆ। ਨਾਨਕ ਮੇਲ ਮੇਲ ਪ੍ਰਭ ਸੰਗਤ, ਮੈਂ ਸੰਗਤ ਹੰਸ ਕਰਾਈਏ। ਕਹਿੰਦੇ ਹੰਸਾਂ ਵਿੱਚ ਬਗਲਾ ਆ ਗਿਆ। ਆਪ ਪੰਕਤੀਆਂ ਪੂਰੀਆਂ ਕਰਨਾ। ਸਚਿਆਰ ਸਿੱਖ ਬਹਿ ਸਤਿਗੁਰ ਪਾਸ, ਖਾਲਿਅਨ ਕੁੜਿਆਰ ਨਾ ਲੱਭਨੇ ਕਿਤੈ ਥਾਏ ਭਾਲੇ। ਸੱਚੇ ਤਾਂ ਗੁਰੂ ਕੋਲ ਆਣ ਕੇ ਸੇਵਾ ਕਰਦੇ ਨੇ, ਹੁਣ ਝੂਠੇ ਲੱਭਦੇ ਨਹੀਂ ਕਿਸੇ ਥਾਂ ਤੇ। ਬਾਬਾ ਜੀ ਦੇ ਕੋਲੋਂ ਰਿਹਾ ਮੁੰਡੂ, ਨਹੀਂ ਸਾਰ ਜਾਣੀ, ਤੇ ਅਸੀਂ ਸੰਤਾਂ ਕੋਲ ਬੈਠੇ ਸੀ, ਭਜਨ ਸਿੰਘਾਂ ਕੋਲ। ਇੱਕ ਆ ਗਿਆ, ਟੱਠੀ ਜੀ ਪੱਗ ਸੀ, ਕੋਈ ਢਾਬੇ ਢੁੱਬੇ ਵਾਲਾ ਲੱਗਦਾ ਸੀ। ਸੰਤ ਕਹਿਣ ਲੱਗੇ, ਇਹ ਆ ਮੁੰਡੂ ਜਿਹਦੇ ਨਾਲ ਬਾਬਾ ਈਸ਼ਰ ਸਿੰਘ ਜੀ ਬੜਾ ਪਿਆਰ ਕਰਦੇ ਸੀ। ਕੀ ਕਰਦਾ ਜੀ? ਮੈਂ ਹੋਟਲ ਉੱਥੇ ਪਾਇਆ ਕਲਕੱਤੇ। ਕਹਿੰਦੇ ਤੈਨੂੰ ਤਾਂ ਬਾਬਾ ਜੀ ਨੇ ਸੱਚਖੰਡ 'ਚ ਲਿਆ ਕੇ ਬਿਠਾਇਆ ਸੀ ਹੋਟਲ ਤੋਂ ਭਾਂਡੇ ਮਾਂਜਦੇ ਨੂੰ, ਤੇ ਫਿਰ ਤੂੰ ਕਹਿੰਦਾ ਬਸ ਮੇਰੇ ਕਰਮ ਲੈ ਗਏ ਧੱਕਾ ਮਾਰ ਕੇ।
ਮੇਰੇ ਕਰਮਾਂ 'ਚ ਝੂਠਾਂ ਹੀ ਚੱਕਣੀਆਂ ਸੀ। ਉਦੋਂ ਵੀ ਮੈਂ ਝੂਠ ਹੀ ਚੱਕਦਾ ਸੀ, ਹੁਣ ਵੀ ਮੈਂ ਝੂਠ ਹੀ ਚੱਕਦਾ। ਹੋਰ ਮੈਂ ਕੀ ਕਰ ਲੈਣਾ ਹੈ? ਜੇ ਕਿਤੇ ਗੁਰੂ ਨਾਨਕ ਦੀ ਝੂਠ ਚੱਕਦਾ, ਸਾਧੂ ਸੰਤਾਂ ਦੀ ਸੇਵਾ ਕਰਦਾ, ਸ਼ਾਇਦ ਕੋਈ ਕਰਮ ਖੁੱਲ ਜਾਂਦੇ ਅੱਗੇ। ਜਿਨ ਸਤਿਗੁਰ ਕਾ ਆਖਿਆ ਸੁਖਾਵੈ, ਨਾਹੀ ਤਿਨਾ ਮੋਹ ਭਲੇਰੇ ਫਿਰੇ ਗਏ ਖਾਲੇ। ਇਹਨਾਂ ਨੂੰ ਗੁਰੂ ਸਾਹਿਬ ਦਾ ਆਖਿਆ ਨਹੀਂ ਸਿਖਾਉਂਦਾ, ਨਹੀਂ ਉਹਨਾਂ ਨੂੰ ਚੰਗਾ ਲੱਗਦਾ, ਉਹ ਫਿਰ ਫਿਰਦੇ ਨਹੀਂ। ਹਾਂਜੀ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇ ਰੀਸੇ ਕੇ ਚਰਕ, ਵੇ ਰਾਇਨ ਮਨ ਮੁਖ ਬੇਤਾਲੇ। ਉਹ ਬੇਤਾਲੇ ਹੀ ਫਿਰਦੇ, ਉਹਨਾਂ ਦਾ ਤਾਲ ਚੱਲਦਾ ਹੀ ਨਹੀਂ, ਮਨ ਮੁੱਖ ਨਹੀਂ, ਗੁਰੂ ਦੀ ਪ੍ਰੀਤ ਨਹੀਂ, ਉਹ ਬੇਤਾਲੇ ਵੱਜਦੇ ਫਿਰਦੇ ਇੱਧਰ ਉੱਧਰ। ਸਤਿਗੁਰੂ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ, ਉਹ ਆਪ ਵਰਤੈ ਆਪਣੀ ਵਥ ਨਾਲੇ। ਤਿੰਨ ਪੰਕਤੀ ਹੋਰ ਕਿਹਾ ਸੀ ਕੱਢਣ ਵਾਸਤੇ, ਹੋਰ ਕੱਢ ਕੇ ਰਹਿਣ। ਕੁੜਿਆਰ ਕੁੜਿਆਰ ਕੀ ਜਾਇ ਸਚਿਆਸ। ਇਹ ਵੀ ਹੁਣ ਜਲਾਲਾਬਾਦ ਫਿਰਦਾ, ਇੱਥੇ ਨਹੀਂ ਫਿਰਦਾ। ਅਸੀਂ ਪੰਕਤੀ ਹੋਰ ਕੀ, ਤੂੰ ਹੋਰ ਕੱਢੀ ਜਾਂਦਾ। ਮੈਂ ਕਿਹਾ ਮੰਡੀ ਖੁਰਦ ਨਹੀਂ ਫਿਰਦਾ, ਤੂੰ ਜਲਾਲਾਬਾਦ ਫਿਰਦਾ। ਇਹਨੂੰ ਬਬਲੂ ਨਾਲ ਲੈ ਜੀ ਇਹਨੂੰ। ਆ ਪੰਕਤੀ ਪੌੜੀ। ਜਿਨਕੇ ਚਿਤ ਕਠੋਰ ਹੈ, जिनके चित कठोर है से बहे न सतगुर पास। चित कठोर ने गुरु कोल नहीं बहिंदे, पत्थर वर्गे आ चित। उत्थे सच वरतदा कुड़ियारा चित उदास। उत्थे सच वरत रहा, झूठियां दा जी नहीं लगता। वो किवें लगे? होए वल छल कर चत कढ़ दे, फिर जाए बहे कुड़ियारा पास। कोई समा गुरु साहब नाल, गुरु नाल, महापुरुषां नाल वल छल करके कढ़ लैंदे आ, कोई समा लंघा लैंदे आ वल छल करके, पर जांदे फिर वो गंदियां दे विच ही उत्थे बह जांदे, जाके रल जांदे। फिर विच सच्चे कूड़ न गड्डई, मन वेखो को निर्जास। सच दे विच झूठ किवें मिल जाएगा? कहंदे ने ਇਹ ਨਿਰਣਾ ਕਰਕੇ ਵੇਖ ਲਾ, ਮਨ ਵੇਖੋ ਕਰ ਨਿਰਜਾਸ। ਸੱਚੇ ਵਿੱਚ ਝੂਠਾ ਕਿਵੇਂ ਸਮਾ ਜਾਏਗਾ? ਕੁੜਿਆਰ ਕੁੜਿਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਇਹ ਗੰਦੇ ਬਹਿ ਗਏ ਗੰਦਿਆਂ ਕੋਲ ਜਾ ਕੇ। ਜਿਹੜੇ ਸੱਚੇ ਸਿੱਖ ਸੀ ਉਹ ਗੁਰੂ ਕੋਲ ਬਹਿ ਗਏ, ਉਹਨਾਂ ਨੇ ਆਪਣਾ ਗੁਰੂ ਛੱਡਿਆ। ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ।